ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸਿਆਸੀ ਮਾਹਰ ਪ੍ਰੋਫੈਸਰ ਜੀਤ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਵਿਚਾਲੇ ਜਿਹੜੀਆਂ ਨਿੱਕੀਆਂ ਮੋਟੀਆਂ ਖਬਰਾਂ ਆ ਜਾਂਦੀਆਂ ਉਹਨਾਂ ਨੂੰ ਵਧਾ ਚੜਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਗੁਰਨਾਮ ਸਿੰਘ ਚੜੂੰਨੀ ਦੇ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਪ੍ਰਚਾਰਿਆ ਗਿਆ, ਕਿਵੇਂ ਕੱਕਾ ਜੀ ਦਾ ਹਵਾਲਾ ਦੇ ਕੇ ਕਿ ਉਹਨਾਂ ਨੇ ਕੀ ਕੁਝ ਕਿਹਾ। ਅਖਬਾਰਾਂ ਦੇ ਵਿੱਚ ਖਬਰ ਲੱਗੀ ਕਿ 10 ਕਰੋੜ ਰੁਪਏ ਲੈ ਕੇ ਗੁਰਨਾਮ ਸਿੰਘ ਚੜੂੰਨੀ ਜਿਹੜੇ ਨੇ ਉਹ ਸਿਆਸੀ ਪਾਰਟੀਆਂ ਦੇ ਨਾਲ ਮਿਲ ਚੁੱਕੇ ਨੇ। ਇਹੋ ਜਿਹਾ ਕੁਝ ਮਤਲਬ ਕਿ ਅੰਦੋਲਨ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹੋ ਜਿਹਾ ਭਰਮ ਪੈਦਾ ਕਰਨ ਦੇ ਲਈ ਕਿ ਕਿਸਾਨ ਆਗੂ ਜਿਹੜੇ ਨੇ ਉਹ ਸਿਆਸੀ ਇਸ ਅੰਦੋਲਨ ਨੂੰ ਸਿਆਸੀ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਜਾਂ ਫਿਰ ਇਹ ਵਿਕਾਊ ਕਰਨ ਦੇ ਲਈ ਤਿਆਰ ਨੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਦੂਜਾ, ਅੱਜ ਕਿਸਾਨਾਂ ਦੀ ਜਿਹੜੀ ਹੈ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਵੀ ਹੈ। ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅੱਗੇ ਵੀ ਆਉਂਦੀ ਰਹਿੰਦੀ ਹੈ, ਪਰ ਜਿਵੇਂ ਦੀ ਹੁਣ ਬਿਆਨਬਾਜ਼ੀ ਹੈ ਕਿ ਕਾਮਰੇਡਾਂ ਨੂੰ ਪਾਸੇ ਕਰਕੇ ਗੱਲਬਾਤ ਕਰੋ ਤੇ ਹੱਲ ਕੱਲ ਹੀ ਨਿਕਲ ਜੂਗਾ। ਦਿੱਲੀ ਦੀ ਪਰੇਡ ਜਿਹੜੀ ਆ ਉਹ ਦਿੱਲੀ ਦੀ ਥਾਂ ਤੇ ਟਰੈਕਟਰ ਪਰੇਡ ਤੁਸੀਂ ਕਿਤੇ ਹੋਰ ਜਾ ਕੇ ਕਰ ਲਓ, ਇਸ ਤਰ੍ਹਾਂ ਦੀ ਬਿਆਨਬਾਜ਼ੀ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਜੀ ਸ਼ੁਕਰੀਆ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੁਰਨਾਮ ਸਿੰਘ ਚੜੂੰਨੀ ਦੇ ਮਸਲੇ ਦੇ ਉੱਤੇ ਆਈਏ। ਬੜਾ ਹੀ ਮੀਡੀਆ ਦੇ ਵਿੱਚ ਜਾਂ ਕਹਿ ਲਓ ਕਿ ਉਹਨਾਂ ਨੂੰ ਵੀ ਸਫਾਈਆਂ ਦੇਣੀਆਂ ਪੈ ਰਹੀਆਂ ਵਾਰ-ਵਾਰ ਆ ਕੇ। ਇਹ ਮਸਲਾ ਮਾੜਾ ਜਿਹਾ ਦੱਸੋ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਹਵਾ ਮਿਲ ਗਈ। ਦੇਖੋ, ਮੈਂ ਵੀ ਤੇ ਮੀਡੀਆ ਤੋਂ ਉੜਦੀਆਂ ਖਬਰਾਂ ਸੁਣਦੇ ਆ ਕਿ ਕੋਈ ਇੱਕ ਉਹਨਾਂ ਨੇ ਕੋਈ ਕਿਸੇ ਨੇ ਉਹਨਾਂ ਦੀ ਫੇਕ ਫੇਸਬੁੱਕ ਆਈਡੀ ਜਾਂ ਕੋਈ ਇਹੋ ਜਿਹੀ ਆਈਡੀ ਮੀਡੀਆ ਤੇ ਬਣਾ ਕੇ ਉਹਨਾਂ ਦੇ ਉੱਤੇ ਕੋਈ ਕਿਹਾ ਕਿ ਮੈਨੂੰ ਫੰਡ ਦੀ ਲੋੜ ਹੈ। ਬਹੁਤ ਕੁਝ ਫਰਾਡ ਤੇ ਇੰਟਰਨੈਟ ਦਾ ਫਰਾਡ ਤੇ ਬਹੁਤ ਵੱਡੇ ਪੱਧਰ ਤੇ ਚੱਲਦਾ। ਇਹ ਅੱਜ ਮੈਂ ਸਵੇਰੇ ਕਿਸੇ ਵਰਨੈਕੂਲਰ ਪੇਪਰ ਦੇ ਵਿੱਚ ਪੜ੍ਹੀ ਤੇ ਮੈਨੂੰ ਪਹਿਲਾਂ ਤੇ ਵਿਸ਼ਵਾਸ ਨਹੀਂ ਆਇਆ। ਫਿਰ ਉਹ ਗਾਂਹ 'ਚ ਜਦੋਂ ਗੱਲ ਪੁੱਛਦਿਆਂ ਇਹੀ ਪਤਾ ਲੱਗਾ ਆ ਕਿ ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਉਸੇ ਵੇਲੇ ਕੰਪਲੇਂਟ ਦਰਜ ਕਰਵਾਤੀ ਹੈ ਕਿ ਉਹ ਬੰਦੇ ਨੂੰ ਫੜਿਆ ਜਾਏ ਜਿਹਨੇ ਫੇਕ ਆਈਡੀ ਉਹਨਾਂ ਦੇ ਨਾਂ ਤੇ ਬਣਾ ਕੇ ਪੈਸੇ ਪੂਸੇ ਇੱਧਰੋਂ ਉੱਧਰੋਂ ਮੰਗਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰੀਕੇ ਨਾਲ ਅਕਸਰ ਤੁਹਾਨੂੰ ਦੇਖਣ ਨੂੰ ਮਿਲਦਾ। ਅੱਜ ਦੀ ਨਹੀਂ ਗੱਲ, ਸਦੀਆਂ ਤੋਂ ਇਹ ਚੱਲਿਆ ਆਉਂਦਾ ਕਿ ਜਿਹੜੇ ਰੂਲਿੰਗ ਅਲੀਟ ਹੁੰਦੇ ਆ ਉਹ ਦੂਜਿਆਂ ਨੂੰ ਕਿਵੇਂ ਭੰਡ ਕੇ ਸਮਾਜ ਦੇ ਵਿੱਚ ਉਹਨਾਂ ਦੇ ਅਕਸ ਨੂੰ ਖਰਾਬ ਕਰਕੇ ਆਪਣਾ ਮਤਲਬ ਹੱਲ ਕਰਨਾ ਚਾਹੁੰਦੇ ਹੁੰਦੇ ਆ। ਉਹ ਇੱਕ ਕਿਸਮ ਦਾ ਥੋੜ੍ਹੀ ਹੈ। ਇਹ ਤੇ ਚੜੂੰਨੀ ਦੇ ਉੱਤੇ ਹੁਣ ਇਹ ਫੇਕ ਆਈਡੀ ਦਾ ਪੈਸੇ ਇਕੱਠੇ ਕਰਨ ਦਾ ਲੱਗਾ। ਤੁਸੀਂ ਦੇਖੋ ਕਿ ਕਿਹੜੇ ਦੋਸ਼ ਪਹਿਲਾਂ ਨਹੀਂ ਲੱਗੇ, ਬਾਹਰੋਂ ਆ ਰਿਹਾ ਜੀ। ਜਿਹਨਾਂ ਨੂੰ ਸਿਕਸ ਫਾਰ ਜਸਟਿਸ ਪੈਸੇ ਭੇਜ ਰਹੇ ਆ, ਬੈਂਕਾਂ ਦੀ ਇਨਕੁਆਇਰੀ ਚੱਲ ਗਈ ਆ, ਇਹਨਾਂ ਨੂੰ ਬਾਹਰੋਂ ਪੈਸੇ ਆ ਰਹੇ ਆ, ਉਹਦਾ ਅਸੀਂ ਪਤਾ ਲੈ ਰਹੇ ਆ, ਸਾਨੂੰ ਸਾਰਾ ਪਤਾ ਲੱਗ ਗਿਆ। ਆ ਕੇ ਇਹੋ ਜਿਹੀਆਂ ਖਬਰਾਂ ਸਾਨੂੰ ਬਹੁਤ ਪਹੁੰਚਦੀਆਂ ਆ। ਇੱਥੋਂ ਤੱਕ ਵੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਕਿ ਤੇ ਪਾਕਿਸਤਾਨੀ ਬੈਕਡ ਹੈਗੇ ਆ, ਤੇ ਚਾਈਨੀਜ਼ ਬੈਕਡ ਹੈਗੇ, ਕਿਹੜੀ ਨਕਸਲਾਈਟਾਂ ਦਾ ਵੀ ਵਿੱਚ ਹੀ ਜ਼ਿਕਰ ਆਇਆ। ਇਹ ਸਾਰੀਆਂ ਗੱਲਾਂ ਫਿਰ ਜਦੋਂ ਇਹ ਸਾਰਾ ਨਹੀਂ ਚੱਲਿਆ, ਤੁਸੀਂ ਇੰਤਹਾ ਤੇ ਉਦੋਂ ਇਹ ਹੋ ਗਿਆ ਜਦੋਂ ਖੱਟੜ ਉਹਨਾਂ ਨੇ ਆਪ ਇਨੀਸ਼ੀਏਟਿਵ ਲੈ ਕੇ SYL ਦਾ ਮੁੱਦੇ ਨੂੰ ਉਭਾਰਤਾ ਤਾਂ ਕਿ ਹਰਿਆਣਾ ਪੰਜਾਬ ਨਾਲੋਂ ਟੁੱਟ ਜਾਏ। ਉਹ ਨਹੀਂ ਹੋ ਪਾਇਆ। ਤੇ ਹੁਣ ਜਦੋਂ ਇਹ ਨਹੀਂ ਕੁਝ ਹੋ ਪਾਇਆ, ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨਾਲ ਸਮਝੌਤਾ ਕਰੋ। ਇਹ ਨਹੀਂ ਮੰਨਣ ਵਾਲੇ। ਇਹ ਤਾਂ ਬਹੁਤ ਹੀ ਇਕੱਠੇ ਹੋ ਗਏ, ਇੱਕ ਜੁੜ ਗਏ ਇੱਕ ਦੂਜੇ ਨਾਲ। ਹਰਿਆਣਾ ਪੰਜਾਬ ਤੇ ਹਰਿਆਣੇ ਵਾਲੇ ਤੇ ਬਾਰ-ਬਾਰ ਕਹਿੰਦੇ ਪੰਜਾਬ ਸਾਡਾ ਬੜਾ ਭਰਾ, ਪੰਜਾਬ ਬੜਾ ਭਰਾ, ਅਸੀਂ ਇਹਨਾਂ ਦੇ ਛੋਟੇ ਭਰਾ, ਜੋ ਸਾਨੂੰ ਕਹਿਣਗੇ ਉਂਝ ਕਰਾਂਗੇ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਨਹੀਂ, 1966 ਚ ਇਕੱਠੇ ਜੰਮੇ ਸੀ, ਅਸੀਂ ਜੋੜੇ ਆ, ਕੋਈ ਵੱਡਾ ਛੋਟਾ ਨਹੀਂ, ਇਕੱਠੇ ਆ। ਸਾਡੀ ਵੱਲੋਂ ਵੀ ਰੈਸੀਪ੍ਰੋਕੇਟ ਕੀਤਾ ਜਾਊਗਾ, ਉਹਨਾਂ ਨੂੰ ਉਸੇ ਭਾਸ਼ਾ 'ਚ ਬੋਲਿਆ ਜਾਊਗਾ, ਤਾਂ ਹੀ ਦੋਸਤੀ ਬਣੂਗੀ, ਤਾਂ ਹੀ ਇੱਕ ਮਿਊਚੁਅਲ ਜਿਹੜਾ ਟਰਸਟ ਬਣਿਆ ਰਹੂਗਾ। ਇਸ ਕਿਸਮ ਦਾ ਸੁਖਵਿੰਦਰ ਦੇਖਣ ਨੂੰ ਉੱਥੇ ਮਿਲਦਾ। ਪਰ ਇਹ ਜਿਹੜੀ ਜੋੜ ਮੇਲ ਸਾਰਿਆਂ ਦਾ ਹੋਇਆ, ਇਹ ਬਿਲਕੁਲ ਹੀ BJP ਨੂੰ ਜਾਂ ਰੂਲਿੰਗ ਕੋਈ ਵੀ ਗੌਰਮੈਂਟ ਹੁੰਦੀ ਹੈ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਕਿ ਲੋਕ ਇਕੱਠੇ ਕਿਉਂ ਹੋ ਗਏ। ਅਸੀਂ ਤੇ ਇਹਨਾਂ ਨੂੰ ਪਾੜ ਕੇ ਰੱਖ ਕੇ ਆਪਣਾ ਕੰਮ ਚਲਾਉਣਾ ਸੀ। ਇਸ ਹੁਣ ਉਹਨਾਂ ਨੂੰ ਚਲਾ ਰਹੇ ਆ। ਹੁਣ ਸਰਕਾਰਾਂ ਨੂੰ, ਪੋਲੀਟੀਕਲ ਲੋਕਾਂ ਨੂੰ ਠੇਂਗੇ ਤੇ ਰੱਖ ਕੇ ਉਹਨਾਂ ਨੂੰ ਡਿਕਟੇਟ ਕਰ ਰਿਹਾ ਕਿ ਅਸੀਂ ਤੁਹਾਨੂੰ ਨੇੜੇ ਆਉਣ ਦੇਣਾ ਕਿ ਨਹੀਂ ਆਉਣ ਦੇਣਾ। ਉਹ ਵਿਚਾਰੇ ਪਰਾਂ ਦੂਰ ਬੈਠੇ ਦੇਖੀ ਜਾਂਦੇ ਆ ਕਿ ਕਦੋਂ ਸਾਡਾ ਵੇਲਾ ਆਊਗਾ, ਅਸੀਂ ਵੀ ਸਟੇਜਾਂ ਤੇ ਚੜ੍ਹ ਕੇ ਉਹਨਾਂ ਹੀ ਲੋਕਾਂ ਨੂੰ ਜਿਹੜੇ ਕੱਲ ਤੱਕ ਇਹਨਾਂ ਦੇ ਸਾਹਮਣੇ ਬੈਠੇ ਹੁੰਦੇ ਸੀ, ਅਸੀਂ ਵੀ ਉਹਨਾਂ ਨੂੰ ਭਾਸ਼ਣ ਦੇ ਪਾਈਏ। ਇਹ ਚੱਲ ਰਿਹਾ। ਇਸੇ ਤਰ੍ਹਾਂ ਇੱਕ ਜਿਹੜੀ ਗੱਲ ਇਹ ਉੱਠ ਕੇ ਆਈ ਆ ਕਿ ਜੀ ਕਾਂਗਰਸ ਦੇ ਫਲਾਣੇ ਮੀਟਿੰਗ, ਉੱਥੇ ਉਹਨਾਂ ਨੇ ਕਿਹਾ ਕਿ ਨੈਸ਼ਨਲ ਕਨਵੈਨਸ਼ਨ ਉਹਨਾਂ ਨੂੰ ਮਿਲਣਾ ਚਾਹੀਦਾ। ਇਹੋ ਜਿਹੀ ਗੱਲ ਵੀ ਕੋਈ ਚੱਲੀ ਆ। ਉਹ ਗੱਲਾਂ ਦੇਖੋ, ਕਈ ਵਾਰੀ ਕੀ ਹੁੰਦਾ ਆ ਕਿ ਬੰਦਾ ਆਪਣੀ ਵਿਜ਼ਡਮ ਦੇ ਵਿੱਚ, ਜਿਵੇਂ ਬਾਬਾ ਲੱਖਾ ਸਿੰਘ ਆ, ਉਹ ਜ਼ਰੂਰੀ ਨਹੀਂ ਕਿ ਉਹਨਾਂ ਦੀ ਕੋਈ ਇਲ ਇੰਟੈਂਸ਼ਨ ਹੋਵੇ, ਜਾ ਕੇ ਉੱਥੇ ਬੈਠ ਕੇ ਆਪਣੀ ਵੱਲੋਂ ਇਹ ਦੱਸਣ ਲਈ। ਹੋ ਸਕਦਾ ਉਹਨਾਂ ਦਾ ਦਿਲੋਂ ਹੀ ਸਹਿਮ ਇਸ ਗੱਲ ਦਾ
ਹੋਏ ਕਿ ਮੈਂ ਕਿਸਾਨਾਂ ਨੂੰ ਕੋਈ ਬੇਨਤੀ ਕਰਦਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਦਇਆ ਹੁੰਦੀ ਹੈ ਮਤਲਬ ਜਿਹੜੇ ਲੋਕ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਕਈ ਵਾਰੀ ਧਰਮ 'ਚ ਵਿਸ਼ਵਾਸ ਰੱਖਣ ਵਾਲੇ ਜਾਂ ਇਸ ਕਿਸਮ ਦੇ ਬੰਦੇ ਤੇ ਉਹਨਾਂ ਨੂੰ ਇੰਝ ਲੱਗਦਾ ਹੋ ਸਕਦਾ ਕਿ ਮੈਂ ਗੱਲ ਕਰੂੰਗਾ ਪਰ ਉਹ ਪੋਲੀਟੀਕਲ ਪਲਾਏ ਹੁੰਦਾ ਉਹਨਾਂ ਨੂੰ ਬਿਲਕੁਲ ਇਸ ਕੰਮ 'ਚ ਨਹੀਂ ਸੀ ਪੈਣਾ ਚਾਹੀਦਾ। ਇਹੋ ਹੀ ਚੜੂਨੀ ਦੇ ਨਾਲ ਕਿ ਜਦੋਂ ਇਹੋ ਜਿਹੀ ਕੋਈ ਗੱਲਬਾਤ ਹੋਈ ਆ ਕਨਵੈਨਸ਼ਨ ਜਾਂ ਪੋਲੀਟੀਕਲ ਪਾਰਟੀਆਂ ਸੁੱਤੀਆਂ ਪਈਆਂ ਉਹਨਾਂ ਨੂੰ ਵੀ ਕੁਝ ਕਰਨਾ ਚਾਹੀਦਾ ਇਸ ਕਿਸਮ ਦਾ। ਇੱਕ ਦਿਨ ਸੱਚੀ ਗੱਲ ਮੈਂ ਵੀ ਮੀਡੀਆ ਤੇ ਇਸ ਗੱਲ ਦਾ ਕਹਿ ਰਿਹਾ ਸੀਗਾ ਕਿ ਪੋਲੀਟੀਕਲ ਪਾਰਟੀਆਂ ਨੇ ਨੂੰ ਉਹਨਾਂ ਨੇ ਕਿਸਾਨਾਂ ਨੇ ਪਰੇ ਰੱਖਿਆ ਪਰ ਉਹਨਾਂ ਦੀ ਜਿਹੜੀ ਆਪਣੀ ਕਿਸਾਨੀ ਆ ਉਹਦੇ ਰਾਹੀਂ ਲੋਕ ਉਹਨਾਂ ਕਿਸਾਨ ਮੂਵਮੈਂਟ ਦੇ ਹੱਕ 'ਚ ਜਿਹੜੇ ਇੰਨੀ ਦੇਰ ਦੇ ਬਾਰਡਰ ਦਿੱਲੀ ਘੇਰੀ ਬੈਠੇ ਆ ਉਹਨੂੰ ਤੇ ਨਹੀਂ ਰੋਕਿਆ। ਜੇ ਅੱਜ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਜਾਂ ਬੀਜੇਪੀ ਜਾਂ ਆਮ ਆਦਮੀ ਪਾਰਟੀ ਕੋਈ ਵੀ ਬੀਜੇਪੀ ਨੇ ਤੇ ਕਰਨਾ ਹੀ ਕੀ ਹੈ ਆਮ ਆਦਮੀ ਪਾਰਟੀ ਜਾਂ ਹੋਰ ਕੋਈ ਵੀ ਛੋਟੀ ਮੋਟੀ ਪਾਰਟੀ ਹੋਵੇ ਭਾਵੇਂ ਕਾਮਰੇਡ ਹੋਣ ਉਹਨਾਂ ਨੂੰ ਜਿਹੜਾ ਇੱਥੇ ਪੰਜਾਬ ਦੇ ਵਿੱਚ ਅਲੱਗ ਪੋਲੀਟੀਕਲ ਲੀਡਰਾਂ ਵੱਲੋਂ ਮਾਸ ਮੋਬਿਲਾਈਜੇਸ਼ਨ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ। ਉਹ ਆਪਣੇ ਤੌਰ ਤੇ ਇਕੱਠੀ ਇੱਕ ਜਿਵੇਂ ਕਿਸਾਨ ਇਕੱਠੇ ਹੋ ਸਕਦੇ ਆ ਪੰਜਾਬ ਦੀਆਂ ਪਾਰਟੀਆਂ ਵੀ ਕੋਈ ਇਕੱਠਾ ਸਟੇਟਮੈਂਟ ਦੇ ਸਕਦੀਆਂ ਉਹਨਾਂ ਨੂੰ ਭਾਵੇਂ ਹਾਲਾਂਕਿ ਉਹਨਾਂ ਨੇ ਇੱਕ ਅਸੈਂਬਲੀ 'ਚ ਕੀਤਾ ਵੀ ਆ 115 ਮੈਂਬਰਾਂ ਨੇ ਜਿਹੜੇ ਰਿਜੈਕਟ ਕੀਤਾ ਉਹਨਾਂ ਦੇ ਇੱਕ ਇਹਦਾ ਹੀ ਸਿੱਟਾ ਸੀਗਾ। ਇਸ ਕਿਸਮ ਦਾ ਉਹਨਾਂ ਨੇ ਕੋਈ ਮਨ ਵਿੱਚ ਸੋਚਿਆ ਹੋਣਾ ਪਰ ਉਹ ਜੇ ਕੋਈ ਇਹੋ ਜਿਹੀ ਗੱਲ ਹੋਈ ਹੈ ਤੇ ਮੀਟਿੰਗ ਦੇ ਵਿੱਚ ਮੈਂ ਹੁਣੇ ਫੋਨ ਕਰਕੇ ਪਤਾ ਕੀਤਾ ਵੀ ਕੀ ਗੱਲ ਹੋਈ। ਉਹ ਕਹਿੰਦੇ ਕੋਈ ਗੱਲ ਨਹੀਂ ਹੈ ਸਾਡੀ ਇੰਟਰਨਲ ਗੱਲ ਹੈ ਇਹ ਸੌਰਟ ਆਊਟ ਹੋ ਜੂਗੀ ਕੋਈ ਇਹੋ ਜਿਹਾ ਵੱਡਾ ਮਾਮਲਾ ਹੈ ਨਹੀਂ। ਕਈ ਵਾਰੀ 19-21 ਹੋ ਜਾਂਦੀ ਹੈ ਕਈ ਵਾਰੀ ਸਟੇਜ ਤੋਂ ਵੀ ਕੋਈ ਜੋਸ਼ 'ਚ ਆ ਕੇ ਵੱਧ ਬੋਲ ਜਾਂਦਾ ਤੇ ਉਹਨਾਂ ਦਾ ਅੱਗੇ ਉਹ ਇਹ ਕਹਿਣਾ ਸੀਗਾ ਕਿ ਦੇਖੋ ਜਦੋਂ ਵੱਡੀ ਪੱਧਰ ਤੇ ਕੋਈ ਨੈਸ਼ਨਲ ਲੈਵਲ ਤੇ ਮੂਵਮੈਂਟਾਂ ਚੱਲਦੀਆਂ ਉਹਦੇ 'ਚ ਵਿਚਾਰ ਤੇ ਅਲੱਗ-ਅਲੱਗ ਹੁੰਦੇ ਹੀ ਆ। ਕੋਈ ਆਪਣੀ ਅਪਰੋਚ ਦੇ ਨਾਲ ਥੋੜਾ ਜਿਹਾ ਤਿੱਖਾ ਬੋਲ ਜਾਂਦਾ ਜਾਂ ਦੂਜਾ ਥੋੜਾ ਜਿਹਾ ਢਿੱਲਾ ਬੋਲ ਜਾਂਦਾ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਅਕੋਮੋਡੇਟ ਕਰਕੇ ਕੋਆਪਰੇਟ ਕਰਕੇ ਇੱਕ ਦੂਜੇ ਦੇ ਹੱਥ ਫੜ ਕੇ ਹੀ ਚੱਲਣਾ ਪਊਗਾ। ਜੇ ਕੋਈ ਜ਼ਿਆਦਾ ਤੇਜ਼ ਚੱਲਦਾ ਉਹਨੂੰ ਫੜ ਕੇ ਕਹਿਣਾ ਪਊ ਥੋੜਾ ਜਿਹਾ ਹੌਲੀ ਹੋ ਜਾਓ। ਜਿਹੜਾ ਬਿਲਕੁਲ ਬਹਿੰਦਾ ਜਾਂਦਾ ਵਹੀਕਲ ਬਾਲ ਦਵਾਂਗਾ ਉਹਨੂੰ ਕਹਿਣਾ ਵੀ ਥੋੜਾ ਜਿਹਾ ਤੇ ਤੇਜ਼ ਚੱਲ ਤੂੰ ਨਾਲ ਰਲ ਕੇ ਚੱਲ। ਇਸ ਕਿਸਮ ਦਾ ਇਹ ਲਗਾਤਾਰ ਇੱਕ ਐਕਸਰਸਾਈਜ਼ ਜਾਰੀ ਰਹੂਗੀ। ਤੁਹਾਨੂੰ ਪਤਾ ਹੋਣਾ ਜਿਸ ਤਰ੍ਹਾਂ ਕੁਛ ਆਪਣੀਆਂ ਟਰੈਕਟਰ ਟਰਾਲੀਆਂ ਸ਼ਾਹਜਹਾਂਪੁਰ ਵਾਲੇ ਬਾਰਡਰ ਤੋਂ ਅੱਗੇ ਚਲੇ ਗਏ ਹੁਣ ਉੱਥੇ ਹੀ ਘੇਰੇ ਪਏ ਆ। ਮੈਨੂੰ ਨਹੀਂ ਪਤਾ ਕਿ ਅਜੇ ਤੱਕ ਉਹ ਵਾਪਸ ਆਏ ਕਿ ਨਹੀਂ ਆਏ ਤੇ ਉਹ ਪੁਲਿਸ ਨੇ ਦੋਹੀਂ ਪੱਲਿਓਂ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਉੱਥੇ ਅਲੱਗ ਕਰ ਲਿਆ ਤੇ ਉਹ ਇਸ ਤਰ੍ਹਾਂ ਮੂਵਮੈਂਟ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਕੁਝ ਤੇਜ਼ ਤਰਾਰੀਆਂ ਜਾਂ ਇਹੋ ਜਿਹੀਆਂ ਮਾੜੀ ਮੋਟੀ ਗੱਲ ਆ ਜਾਂਦੀ ਪਰ ਓਵਰਆਲ ਮੈਂ ਤੁਹਾਨੂੰ ਇੰਨਾ ਬੜੇ ਭਰੋਸੇ ਨਾਲ ਕਹਿ ਸਕਦਾ ਕਿ ਲੀਡਰਸ਼ਿਪ ਬੜੀ ਵਾਈਜ਼ ਹੈਗੀ ਆ। ਉਹ ਕੋਈ ਇਹੋ ਜਿਹੀ ਗੱਲ ਦਾ ਮੌਕਾ ਨਹੀਂ ਆਉਣ ਦਊਗੀ ਜਿੱਥੇ ਸਰਕਾਰ ਨੂੰ ਹੈਂਡਲ ਮਿਲ ਜੇ ਤੇ ਇਹਨਾਂ ਨੂੰ ਕਿਸੇ ਵੀ ਕਿਸਮ ਦਾ ਕਮਜ਼ੋਰ ਜਾਂ ਨੀਵਾਂ ਦਿਖਾਉਣ ਦਾ ਕੋਸ਼ਿਸ਼ ਉਹਨਾਂ ਦੀ ਸਰਕਾਰ ਦੀ ਕਾਮਯਾਬ ਹੋਵੇ। ਇਹੋ ਜਿਹੀ ਕੋਈ ਮੌਕਾ ਇਹ ਸਾਡੀਆਂ ਯੂਨੀਅਨਾਂ ਉਹਨਾਂ ਦੀ ਲੀਡਰਸ਼ਿਪ ਸਰਕਾਰ ਨੂੰ ਨਹੀਂ ਦਊਗੀ। ਹਾਂਜੀ ਸੁਖਵਿੰਦਰ ਸਪੀਕਰ ਸਾਹਿਬ ਜਿਸ ਤਰੀਕੇ ਦੇ ਨਾਲ ਚੜੂਨੀ ਸਾਹਿਬ ਨੇ ਲਗਾਤਾਰ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਮੈਂ ਤਾਂ ਉੱਥੇ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹੀ ਜਿਹੜਾ ਉਹਨਾਂ ਨੂੰ ਰਾਜਨੀਤਿਕ ਜਿਹੜੇ ਲੀਡਰ ਸੀ ਜਾਂ ਜਿਹੜੇ ਵੀ ਸੰਸਦ ਮੈਂਬਰ ਉੱਥੇ ਕਾਂਗਰਸ ਦੇ ਬੈਠੇ ਸੀ ਸੁਖਪਾਲ ਖਹਿਰਾ ਹੋ ਗਏ ਇਹ ਵੀ ਬੈਠੇ ਸੀ ਹੋਰ ਵੀ ਜਿਹੜੇ ਡੈਮੋਕ੍ਰੈਟਿਕ ਅਕਾਲੀ ਦਲ ਵਾਲੇ ਉਹ ਵੀ ਬੈਠੇ ਸੀ ਉੱਥੇ। ਉਹ ਕਹਿੰਦੇ ਮੈਂ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਸਟੈਂਡ ਸਪਸ਼ਟ ਹੋਣਾ ਚਾਹੀਦਾ ਰਾਜਨੀਤਿਕ ਪਾਰਟੀਆਂ ਦਾ। ਜੇ ਜਨ ਸੰਸਦ ਸੱਦਣੀ ਹੈ ਜਾਂ ਜਿਸ ਤਰੀਕੇ ਨਾਲ ਵੀ ਉਹ ਆਪਣਾ ਘਿਰਾਓ ਜਾਂ ਜਿਵੇਂ ਵੀ ਆਪਣਾ ਖੇਤੀ ਕਾਨੂੰਨਾਂ ਲੈ ਕੇ ਚਾਹੁੰਦੇ ਨੇ ਉਹ ਕਲੀਅਰ ਕਰਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਉਹ ਕਹਿੰਦੇ ਰਾਜ ਤਾਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੇ ਸੱਤਾ ਵਿੱਚ ਆ ਕੇ ਕਰਨਾ। ਅਸੀਂ ਤਾਂ ਲੋਕਾਂ ਦੇ ਇਹਨਾਂ ਮਸਲਿਆਂ ਨੂੰ ਚੁੱਕਣ ਵਾਲੇ ਆ। ਅਸੀਂ ਤਾਂ ਖੇਤੀ ਕਾਨੂੰਨਾਂ ਦਾ ਮਸਲਾ ਚੁੱਕਿਆ ਅਸੀਂ ਉਹੀ ਗੱਲ ਜਾ ਕੇ ਕਿਸਾਨੀ ਕਰਨੀ ਹੈ ਕੱਲ ਨੂੰ। ਇਹ ਗੱਲ ਬਿਲਕੁਲ ਸਹੀ ਹੈ। ਤੁਸੀਂ ਇਸ ਨੂੰ ਜਾਇਜ਼ ਮੰਨਦੇ ਹੋ ਨਾ? ਨਹੀਂ ਮੇਰਾ ਜਾਇਜ਼ ਨਜਾਇਜ਼ ਕਹਿਣ ਨਾਲ ਕੋਈ ਗੱਲ ਨਹੀਂ ਬਣਦੀ ਹੈ। ਸਵਾਲ ਇਹ ਹੈ ਕਿ ਜਿਹੜੀ ਸਾਡੀ ਕਲੈਕਟਿਵ ਲੀਡਰਸ਼ਿਪ ਆ ਉਹਨਾਂ ਨੇ ਦੋਵਾਂ ਚੋਂ ਇੱਕ ਤੇ ਭਰੋਸਾ ਕਰਨਾ ਕੀ ਉਹ ਗੁਰਨਾਮ ਸਿੰਘ ਚੜੂਨੀ ਦੇ ਕਾਰਨ ਹੈ ਜਾਂ ਉਹ ਜਿਹੜੇ ਕਾਂਗਰਸ ਦੇ ਲੀਡਰ ਜਿਨ੍ਹਾਂ ਨੇ ਕਿਸੇ ਵੇਲੇ ਏਜੰਡਾ ਆਪ ਇਹਨੂੰ ਅੱਗੇ ਤੋਰਿਆ ਸੀ ਤੇ ਹੁਣ ਬੀਜੇਪੀ ਨੇ ਉਸ ਨੂੰ ਜਰਾ ਸਪੀਡ ਅਪ ਕਰਤਾ ਉਹਨਾਂ ਦੇ ਭਰੋਸਾ ਕਰਨਾ। ਇਹ ਤੇ ਹੁਣ ਇਹ ਤੇ ਲੀਡਰਸ਼ਿਪ ਤੇ ਮੈਨੂੰ ਲੱਗਦਾ ਕਿ ਉਹ ਚੜੂਨੀ ਦੇ ਉੱਤੇ ਭਰੋਸਾ ਕਰਨਗੇ। ਜੇ ਉਹ ਗਏ ਆ ਜੋ ਚੜੂਨੀ ਕਹਿ ਰਿਹਾ ਕਿ ਮੈਂ ਤੇ ਆਹ ਕਹਿਣ ਗਿਆ ਤੇ ਉਹਦੇ ਤੇ ਭਰੋਸਾ ਕਰਨਾ ਪਊਗਾ। ਹਾਂ ਇੰਨਾ ਕਿਤੇ ਹੋ ਸਕਦਾ। ਦੇਖੋ ਇਹ ਲੱਖੋਵਾਲ ਹੁਣੀ ਸੁਪਰੀਮ ਕੋਰਟ 'ਚ ਚਲੇ ਗਏ ਸੀ ਉਹਨਾਂ ਨੂੰ ਥੋੜੀ ਦੇਰ ਮੀਟਿੰਗਾਂ ਤੋਂ ਬਾਹਰ ਰੱਖ ਕੇ ਦੁਬਾਰਾ ਲੈ ਲਿਆ ਵੀ ਦੇਖੋ ਗਾਂ ਤੋਂ ਨਹੀਂ ਇੰਝ ਕਰਨਾ ਆਪਾਂ ਆਪਣੀ ਇਹ ਆਪਣਾ ਬਾਕੀ ਦਿਆਂ ਨੂੰ ਇਸ ਕਿਸਮ ਦੀ ਵਾਰਨਿੰਗ ਵੀ ਹੋ ਗਈ ਉਹਦੇ ਨਾਲ ਪਰ ਉਹਨਾਂ ਦੇ ਨਾਲ ਕੋਈ ਧੱਕਾ ਵੀ ਨਹੀਂ ਕੀਤਾ ਗਿਆ। ਉਹਨਾਂ ਨੂੰ ਅੰਦਰ ਵਾਪਿਸ ਬੁਲਾ ਕੇ ਬਰਾਬਰ ਦਾ ਉਸੇ ਅਦਬ ਉਹੀ ਸਾਰਾ ਜਿਸ ਤਰ੍ਹਾਂ ਬਾਕੀ ਯੂਨੀਅਨਾਂ ਚੱਲ ਰਹੀਆਂ ਉਹੀ ਲੱਖੋਵਾਲ ਯੂਨੀਅਨ ਦੀ ਹਰਿੰਦਰ ਸਿੰਘ ਲੱਖੋਵਾਲ ਹੁਣੀ ਉਸੇ ਤਰੀਕੇ ਨਾਲ ਵਿੱਚੇ ਹੀ ਹੈਗੇ। ਤੁਹਾਨੂੰ ਇੱਕ ਹੋਰ ਵੀ ਯਾਦ ਹੋਣਾ ਇਹੋ ਜਿਹੀ ਕੰਟਰੋਵਰਸੀ ਇੱਕ ਅੱਧੇ ਦਿਨ ਲਈ ਬੜੀ ਫੈਲੀ ਸੀ ਜਿੱਦਣ
UAPA ਦੇ ਵਿਰੁੱਧ ਹਿਊਮਨ ਰਾਈਟਸ ਡੇ ਦੇ ਉੱਤੇ ਅਗਰਾਹਾਂ ਗਰੁੱਪ ਨੇ ਬੜੀਆਂ ਬੜੀਆਂ ਫੋਟੋਆਂ ਲਾ ਕੇ ਤੇ ਉਹ ਜਿਹੜੇ ਸਾਰੇ ਨਵਲੱਖਾ ਜਾਂ ਹੋਰ ਵਰਵਰਾ ਰਾਓ ਵਗੈਰਾ ਜਾਂ ਸੁਧਾ ਭਾਰਦਵਾਜ ਉਹਨਾਂ ਦੇ ਹੱਕ ਵਿੱਚ ਇੱਕ ਦਿਨ ਲਈ ਕਿ ਹਾਂ ਉੱਥੇ ਆਪਣੇ ਟਿਕਰੀ ਬਾਰਡਰ ਦੇ ਉੱਤੇ ਪ੍ਰੋਟੈਸਟ ਕੀਤਾ ਸੀ ਉਸਨੂੰ ਤੇ ਉਹਦੇ ਵੀ ਬੜਾ ਵਾਬ ਰੋਲਾ ਸੀ। ਦੇਖੋ ਜੀ ਇਹ ਤੇ ਹੁਣ ਰਾਜਨੀਤੀ ਹੋ ਗਈ ਨਾ, ਫਿਰ ਇਹ ਤੇ ਆਪਾਂ ਤੇ ਸਿਰਫ ਤੇ ਸਿਰਫ ਮੁੱਦਿਆਂ ਲਈ ਆਏ ਆ, ਆਪਾਂ ਤੇ ਹੋਰ ਕੋਈ ਗੱਲ ਕਰਨੀ। ਮੇਰਾ ਖਿਆਲ ਉਹ ਵੀ ਕੋਈ ਏਡੀ ਵੱਡੀ ਗੱਲ ਨਹੀਂ ਸੀਗੀ। ਅਗਰਾਹਾਂ ਦਾ ਇੱਕ ਬਹੁਤ ਵੱਡੀ ਯੂਨੀਅਨ ਹੈਗੀ ਆ ਤੇ ਉਹ ਪਹਿਲੀ ਵਾਰੀ ਇੱਥੇ ਟਿਕਰੀ ਦੇ ਆ ਕੇ ਨਹੀਂ ਇਹ ਗੱਲ ਕਹਿਣ ਲੱਗੇ। ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਮੋਰਚਾਬੰਦੀ ਸੀ ਲਗਾਤਾਰ ਇਹ ਗੱਲ ਕਹਿੰਦੇ ਆਏ ਆ ਕਿ ਅਸੀਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਨਜਾਇਜ਼ ਫੜਿਆ ਹੋਇਆ, ਕਿਸੇ ਨੂੰ ਨਕਸਲਾਈਟ ਕਹਿ ਕੇ, ਕਿਸੇ ਨੂੰ ਕੁਛ ਕਹਿ ਕੇ, ਕਿਸੇ ਨੂੰ ਤੇ ਇਹ ਜਿਹੜੇ ਸਾਰੇ ਆ ਉਹਨਾਂ ਤੇ ਕੇਸ ਵੀ ਵਾਪਸ ਲੈਣੇ ਚਾਹੀਦੇ ਔਰ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਇਹ ਉਹਨਾਂ ਨੇ ਹਿਊਮਨ ਰਾਈਟਸ ਡੇ ਦੇ ਉੱਤੇ ਕੋਈ, ਮੇਰਾ ਖਿਆਲ ਹੈ ਕਿ ਉਹਦੀ ਜਿਹੜੀ ਸਪਿਰਿਟ ਆ ਉਹ ਬਿਲਕੁਲ ਹੀ ਕਿਸਾਨ ਮੁੱਦਿਆਂ ਦੇ ਕੋਈ ਵਿਰੁੱਧ ਸਪਿਰਿਟ ਜਾਂਦੀ ਤੇ ਹੈ ਨਹੀਂ। ਕਿਸਾਨ ਮੁੱਦਿਆਂ ਦੇ ਜਿਹੜੇ ਮੁੱਦੇ ਹੈਗੇ ਉਹ ਭਾਵੇਂ ਲਾਅ ਵਾਪਸ ਕਰਾਉਣ ਦੇ, ਪਰ ਆਫਟਰ ਆਲ ਤੇ ਹਿਊਮਨਟੇਰੀਅਨ ਅਪੀਲ ਤੇ ਉਹਨਾਂ 'ਚ ਹੈ ਹੀ ਹੈ ਨਾ ਕਿ ਸਾਨੂੰ ਘਰੋਂ ਬੇਘਰ ਕਿਉਂ ਕਰਦੇ ਆ, ਸਾਨੂੰ ਜ਼ਮੀਨਾਂ ਤੋਂ ਬੇਜ਼ਮੀਨੇ ਕਿਉਂ ਕਰਨ ਵੱਲ ਤੁਰੇ ਹੈ, ਤੇ ਹਿਊਮਨਟੇਰੀਅਨ ਇਹ ਅਪੀਲ ਤੇ ਉਹਦੇ ਨਾਲ ਹੀ ਉਹ ਵੀ ਇੱਕ ਹਿਊਮਨ ਹੱਕ ਹਕੂਕ ਦੀ ਗੱਲ ਕਿ ਤੁਸੀਂ ਚੰਗੇ ਭਲੇ ਬੰਦਿਆਂ ਨੂੰ ਜੇਲ੍ਹਾਂ 'ਚ ਸੁੱਟਿਆ। ਉਹਦੇ ਬਾਵਜੂਦ ਵੀ ਇਹ ਕੰਟਰੋਵਰਸੀ ਛਿੜੀ ਸੀ, ਇੱਕ ਅੱਧਾ ਦਿਨ ਫੁਰ ਜੀ ਚੱਲੀ ਫਿਰ ਖਤਮ ਹੋ ਗਈ। ਦੇਖੋ ਇਹ ਜਿੰਨੀਆਂ ਸਾਰੀਆਂ ਯੂਨੀਅਨਾਂ ਆ ਉਹ ਬਿਲਕੁਲ ਕਿਸੇ ਇੱਕ ਵਿਚਾਰ ਜਾਂ ਇੱਕ ਮਤ ਦੀਆਂ ਨਹੀਂ ਹੈਗੀਆਂ, ਉਹ ਤੇ ਇੱਕ ਮੁੱਦਿਆਂ ਕਰਕੇ ਸਾਰੀਆਂ ਇਕੱਠੀਆਂ। ਇਸ ਕਰਕੇ ਥੋੜਾ ਥੋੜਾ ਉਹਨਾਂ ਦਾ ਇੰਡੀਵਿਜੂਅਲ ਵਖਰੇਵਾਂ ਵੀ ਨਾਲੋਂ ਨਾਲ ਚੱਲਦਾ ਰਹੂਗਾ। ਸੁਖਵਿੰਦਰ, ਮੈਂ ਕਿਹਾ ਚੜੂਨੀ ਸਾਹਿਬ ਵੀ ਇਹੀ ਗੱਲ ਕਹਿੰਦੇ ਸੀ। ਉਹ ਕਹਿੰਦੇ ਮਹਾਤਮਾ ਗਾਂਧੀ ਤੇ ਭਗਤ ਸਿੰਘ ਹੋਰਾਂ ਦੇ ਵੀ ਵਿਚਾਰ ਨਹੀਂ ਸੀ ਰਲਦੇ। ਸਮਝਣਾ ਚਾਹੀਦਾ ਕਿ ਅਸੀਂ ਤੁਰੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਆ ਤੇ ਉਧਰ ਨੂੰ ਚੱਲਣਾ ਚਾਹੀਦਾ। ਦੂਜੀ ਗੱਲ ਪ੍ਰੋਫੈਸਰ ਸਾਹਿਬ ਇੱਥੇ ਮੈਂ ਜੋੜਦਾ ਕਿ ਇੱਕ ਮੀਡੀਆ ਦਾ ਇੱਕ ਧੜਾ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਕਰ ਦਿੱਤੀਆਂ ਕਿ 10 ਕਰੋੜ ਰੁਪਏ ਲਏ ਚੜੂਨੀ ਸਾਹਿਬ ਨੇ ਕਿਸੇ ਕਾਂਗਰਸੀ ਲੀਡਰ ਤੋਂ ਦਿੱਲੀ ਦੇ ਵਿੱਚ, ਤੇ ਜਦ ਕਿ ਸ਼ਿਵ ਕੁਮਾਰ ਕੱਕਾ ਜੀ ਦੇ ਹਵਾਲੇ ਨਾਲ ਖਬਰ ਲੱਗੀ, ਕੱਕਾ ਜੀ ਕਹਿੰਦੇ ਕਿ ਮੇਰੇ ਨਾਲ ਤਾਂ ਸਿਰਫ ਆਫ ਦੀ ਰਿਕਾਰਡ ਉਦਾਂ ਗੱਲ ਕੀਤੀ ਸੀ, ਮੈਂ ਕੋਈ ਇਹ ਨਹੀਂ ਕਿਹਾ ਕਿ ਉਹਨਾਂ ਨੇ 10 ਕਰੋੜ ਲੈ ਲਏ। ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ 10 ਕਰੋੜ ਲਏ ਨੇ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹ ਕਹਿੰਦੇ ਮੈਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ। ਪਰ ਉਹ ਮੀਡੀਆ ਦਾ ਇੱਕ ਧੜਾ ਜਿਹੜਾ ਉਹ ਵੀ ਕੁਝ ਜਿਵੇਂ ਪਿਛਲੇ ਦਿਨੀ ਹੋਇਆ ਕਿ ਇਹਨਾਂ ਨੇ ਇੱਕ ਧੜੇ ਨੇ ਕਹਿ ਦਿੱਤਾ ਕਿ 26 ਜਨਵਰੀ ਦੀ ਪਰੇਡ ਨਹੀਂ ਹੋਏਗੀ, ਸੂਤਰ ਲਾ ਕੇ ਲਿਖਤਾ, ਮੁੜ ਕੇ ਮਾਫੀ ਮੰਗਣੀ ਪਈ। ਇਹੀ ਮੀਡੀਆ ਦਾ ਇੱਕ ਧੜਾ ਮੁੜ ਕੇ ਕੱਕਾ ਜੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਕੱਲ ਨੂੰ ਇਹਨਾਂ ਨੇ ਮੇਰੀ ਖਬਰ ਤਾਂ ਨਿੱਕੀ ਜਿਹੀ ਲਾ ਦੇਣੀ ਹੈ ਤੇ ਆਹ ਖਬਰ ਜਿਹੜੀ ਉਹ ਵੱਡੇ ਵੱਡੇ ਪੇਜ ਦੇ ਉੱਤੇ ਪ੍ਰਕਾਸ਼ਿਤ ਕੀਤੀ ਹੈ ਕਿ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਦੇ ਵਿੱਚ ਕੋਈ ਪਾੜ ਪਵੇ। ਨਹੀਂ ਸੁਖਵਿੰਦਰ ਜੀ, ਤੁਸੀਂ ਰਿਪਬਲਿਕ ਟੀਵੀ ਦੇ ਜਿਹੜੇ CEO ਕਹਿੰਦੇ ਆ ਜਾਂ ਉਹਨਾਂ ਨੂੰ ਮੁੱਖ ਐਂਕਰ ਸਮਝਦੇ, ਜਿਹੜੇ ਮੁੱਖ ਐਂਕਰ ਦੇ ਤੌਰ ਤੇ ਆਉਂਦੇ ਆ ਅਰਨਬ ਗੋਸਵਾਮੀ, ਉਹਦੀਆਂ ਜਿਹੜੀਆਂ ਸਾਰੀਆਂ WhatsApp ਵਾਲੀਆਂ ਜਿਹੜੇ ਕਨਵਰਜ਼ੇਸ਼ਨ ਹੈ ਉਹਦੇ ਬਾਹਰ ਆਉਣ ਤੋਂ ਬਾਅਦ ਤੁਹਾਨੂੰ ਕੋਈ ਕਿਸੇ ਕਿਸਮ ਦਾ ਸ਼ੱਕ ਹੈ ਕਿ ਵੀ ਮੀਡੀਆ ਕੀ ਕਰਦਾ ਫਿਰਦਾ? ਜਾਣੀ ਮੀਡੀਆ ਉਹ ਵੀ ਗੱਲਾਂ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਤੇ ਸੀਕ੍ਰੇਟ ਇਨਫੋਰਮੇਸ਼ਨ ਨੂੰ ਆਪਣੇ ਕੋਲ ਰੱਖ ਕੇ ਆਪਣੇ ਹਿੱਤ ਵਿੱਚ ਵਰਤਦਾ ਤੇ ਝੂਠੀਆਂ TRPਆਂ ਬਣਾਉਣੀਆਂ, ਕੀ ਕੁਛ ਮੀਡੀਆ ਨਹੀਂ ਕਰ ਰਿਹਾ। ਇਹ ਤੇ ਇੱਕ ਮੀਡੀਆ ਦਾ ਜਿਹੜਾ ਬਹੁਤ ਹੀ ਗਲਿਆ ਹਿੱਸਾ, ਜਿਹੜਾ ਬਹੁਤ ਸੜ ਚੁੱਕਾ, ਉਹਦਾ ਇੱਕ ਰਿਪੋਰਟ ਆ। ਪਰ ਇਹਦੀ ਅਲੱਗ-ਅਲੱਗ ਲੈਵਲ ਆ ਸਭ ਦੇ, ਕੋਈ ਅੱਧ ਵਿਚਾਲੇ ਜੇ ਚੱਲਦਾ, ਕੋਈ ਠੀਕ ਠਾਕ ਚੱਲਦਾ, ਕੋਈ ਬਿਲਕੁਲ ਹੀ ਵਿਕਿਆ ਹੋਇਆ ਮੀਡੀਆ ਜਿਹੜਾ ਜਾ ਕੇ ਉੱਥੋਂ ਪੁੱਛ ਕੇ ਹੀ ਖਬਰ ਲਾਉਂਦੇ ਆ ਜਾਂ ਵਿਗਾੜ ਕੇ ਭੜਕਾ ਕੇ ਖਬਰ ਲਾਉਂਦੇ। ਇਹ ਅਫਸੋਸ ਦੀ ਗੱਲ ਆ। ਇਹ ਤੇ ਮੀਡੀਆ ਨੂੰ ਖੁਦ ਆਪਣੇ ਤੌਰ ਤੇ ਸੁਖਵਿੰਦਰ ਸੋਚਣਾ ਚਾਹੀਦਾ ਕਿ ਜੇ ਇੰਝ ਹੀ ਚੱਲਦੇ ਰਹੇ ਤਾਂ ਫਿਰ ਲੋਕ ਇਹਨਾਂ ਦੇ TV ਸੁਣਨਗੇ ਨਹੀਂ, ਫਿਰ ਝੂਠੀਆਂ TRP ਬਣਾ ਕੇ ਪੈਸੇ ਇਕੱਠੇ ਕਰੀ ਜਾਓ, ਸੱਚੀ TRP ਤੁਹਾਨੂੰ ਨਹੀਂ ਮਿਲੂਗੀ। ਲੋਕਾਂ ਕੋਲ ਆਲਟਰਨੇਟਿਵ ਸਾਧਨ ਬਥੇਰੇ ਹੈਗੇ ਆ, ਸੋਸ਼ਲ ਮੀਡੀਆ, ਹੋਰ ਬਥੇਰਾ ਤਰੀਕੇ ਹੈਗੇ। ਛੋਟੇ ਛੋਟੇ ਚੈਨਲ ਇੰਨੇ ਜ਼ਿਆਦਾ ਪ੍ਰੋਲੀਫਰੇਟ ਹੋ ਗਏ ਆ ਕਿ ਲੋਕਾਂ ਕੋਲ ਖਬਰ ਪਹੁੰਚਣ ਥੋੜੀ ਰਹਿ ਜੂਗੀ, ਉਹ ਤੁਹਾਨੂੰ ਬੰਦ ਕਰ ਦੇਣਗੇ। ਫਿਰ ਤੁਸੀਂ ਕੀ ਕਰੋਗੇ? ਇਹ ਤੇ ਹੈ ਹੀ ਭਰੋਸੇਯੋਗਤਾ ਦੇ ਨਾਲ ਹੀ ਸਾਰਾ ਚੱਲਦਾ। ਜਿਵੇਂ ਕਰੰਸੀ ਵੀ ਭਰੋਸੇਯੋਗ ਤੇ ਹੁੰਦੀ ਹੈ, ਫਿਰ ਮੀਡੀਆ ਦੀ ਉਹ ਕਰੰਸੀ ਚੱਲੂਗੀ ਨਾ ਕਿ ਅਸੀਂ ਨੈਸ਼ਨਲ ਚੈਨਲ ਆ ਤੇ ਅਸੀਂ ਬਹੁਤ ਰਿਸੋਰਸ ਫੁੱਲ ਆ। ਉਹ ਜਦੋਂ ਭਰੋਸਾ ਖਤਮ ਹੁੰਦਾ, ਲੋਕੀ ਤੇ ਕੋਰਟਾਂ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਕਰੀ ਫਿਰਦੇ ਆ। ਮੀਡੀਆ ਕੀ ਚੀਜ਼ ਹੁੰਦਾ ਹੈ? ਇਸ ਲਈ ਇਹ ਸਾਰਿਆਂ ਨੂੰ ਆਪਣੇ ਆਪ ਦੇ, ਆਪਣੇ ਹਿੱਤ 'ਚ, ਦੇਸ਼ ਦੇ ਹਿੱਤ 'ਚ, ਲੋਕ ਹਿੱਤ 'ਚ ਤੇ ਆਪਣੇ ਬਿਜ਼ਨਸ ਦੇ ਹਿੱਤ 'ਚ ਇਹ ਸੋਚ ਕੇ ਬਿਲਕੁਲ ਉਹ ਮਿਨੀਮਮ ਭਰੋਸਾ ਤੇ ਬਣਾਈ ਰੱਖਣਾ ਚਾਹੀਦਾ। ਨਹੀਂ ਤੇ ਇਹ ਫਿਰ ਰਿਡੰਡੈਂਟ ਐਕਸਰਸਾਈਜ਼ ਹੋਊਗੀ, ਲੋਕ ਇਹਨੂੰ ਵੇਖਣਗੇ ਨਹੀਂ ਤਾਂ ਖਤਮ ਹੋ ਜਾਊਗਾ। ਇਹ ਇੱਕ ਜ਼ਰੂਰੀ ਗੱਲ ਹੈਗੀ ਆ। ਮੈਨੂੰ ਲੱਗਦਾ ਕਿ ਮਾੜੀ ਮੋਟੀ ਤੇ ਚਲੋ ਹਰ ਕੋਈ ਆਪਣੀ ਆਪਣੀ ਵਿਊ ਪੁਆਇੰਟ ਦੇ ਦਿੰਦਾ, ਪਰ ਟੋਟਲੀ ਤੁਸੀਂ ਖਬਰ ਫੇਕ ਬਣਾ ਕੇ ਚਲਾ ਦੇਣੀ
ਇਹ ਜਾਂ ਉਹਨੂੰ ਇੰਨਾ ਵਧਾ ਚੜਾ ਦੇਣਾ ਕਿ ਉਹਦਾ ਮਤਲਬ ਹੀ ਕੋਈ ਹੋਰ ਬਣ ਜਾਏ। ਉਹ ਥੋੜਾ ਜਿਹਾ ਮੀਡੀਆ ਨੂੰ ਵੀ, ਸਾਡੇ ਵੀਰਾਂ ਨੂੰ ਅਵੋਇਡ ਕਰਨਾ ਚਾਹੀਦਾ, ਕਿਉਂਕਿ ਦੇਖੋ ਆਫਟਰ ਆਲ ਇਸ ਨੂੰ ਅਸੀਂ 4th ਪਿਲਰ ਆਫ ਡੈਮੋਕ੍ਰੇਸੀ ਕਹਿੰਦੇ ਆ, ਪਰ ਜੇ ਹੁਣ ਇਸ ਤਰ੍ਹਾਂ ਇਹ ਪਿਲਰ ਨੂੰ ਘੁਣ ਲੱਗਾ ਰਿਹਾ ਤੇ ਡੈਮੋਕ੍ਰੇਸੀ ਧੜਾਕਾ ਦੀ ਡਿੱਗ ਪਊਗੀ, ਤਿੰਨਾਂ ਪਹੀਆਂ ਦੇ ਤੇ ਨਹੀਂ ਚੱਲੂਗੀ। ਪਹਿਲਾਂ ਦੂਜੇ ਪਹੀਏ ਵੀ, ਦੂਜੇ ਥੰਮ ਵੀ ਜਿਹੜੇ ਕਾਫੀ ਕਮਜ਼ੋਰ ਹੈਗੇ ਆ ਤੇ ਉਹ ਤੇ ਪਹਿਲਾਂ ਹੀ ਗਿਰੂ ਕਰਦੇ ਆ। ਜੇ ਇਹ ਥੋੜਾ ਸਪੋਰਟ ਦੇਣਗੇ ਤੇ ਉਹ ਫਿਰ ਦੂਜੇ ਥੰਮੜੇ ਵੀ ਠੀਕ ਹੋ ਜਾਣਗੇ, ਨਹੀਂ ਤੇ ਫਿਰ ਸਾਰੇ ਦਾ ਸਾਰਾ ਸਾਨੂੰ ਸਾਰਿਆਂ ਨੂੰ ਹੀ ਉਸ ਗੱਲ ਦਾ ਭੁਗਤਣਾ ਪਊਗਾ। ਸੁਖਵਿੰਦਰ, ਹੁਣ ਪ੍ਰੋਫੈਸਰ ਸਾਹਿਬ, ਜਿਸ ਤਰੀਕੇ ਦੇ ਨਾਲ ਇੱਕ ਤਾਂ ਅੱਜ ਸੁਣਵਾਈ ਹੈ, ਉੱਥੇ ਵੀ ਇੱਕ ਚਿਹਰਾ ਜਿਹੜਾ ਇਹੋ ਜਿਹਾ ਪ੍ਰੈਜ਼ੈਂਟ ਕਰਨਾ ਪੈਣਾ ਸਰਕਾਰ ਦੇ ਸਾਹਮਣੇ ਕਿ ਅਸੀਂ ਸਿਰਫ ਖੇਤੀ ਕਾਨੂੰਨਾਂ ਨੂੰ ਲੈ ਕੇ, ਜਿਵੇਂ ਕਿਸਾਨਾਂ ਨੇ ਕਿਹਾ, ਉਹ ਰੱਦ ਕਰਵਾਉਣਾ ਚਾਹੁੰਦੇ ਹਾਂ, ਤਾਂ ਕਿ ਇਹ ਜਿਹੜੀਆਂ ਅੰਦਰ ਦੀਆਂ ਖਾਮੀਆਂ ਨੇ ਉਹ ਨਿਕਲ ਕੇ ਸਾਹਮਣੇ ਨਾ ਆਉਣ, ਮਸਲੇ ਅੰਦਰ ਦੀ ਅੰਦਰ ਸੁਲਝ ਜਾਣੇ ਚਾਹੀਦੇ ਨੇ। ਇੱਕ ਪ੍ਰਭਾਵ ਇਹੋ ਜਿਹਾ ਪਾਉਣਾ ਚਾਹੀਦਾ ਅੱਜ ਦੀ ਮੀਟਿੰਗ ਦੇ ਵਿੱਚ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਡੇ ਵਿਚਾਲੇ ਕੋਈ ਰੌਲਾ ਨਹੀਂ, ਰੌਲਾ ਤੁਹਾਡਾ ਆ, ਲੜਾਈ ਜਿਹੜੀ ਉਹ ਕੇਂਦਰ ਨਾਲ ਹੈ। ਇਸ ਸਭ ਦੇ ਵਿਚਾਲੇ ਤੁਸੀਂ ਖੇਤੀ ਰਾਜ ਮੰਤਰੀ ਜਿਹੜੇ ਨੇ ਕੈਲਾਸ਼ ਚੌਧਰੀ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ? ਉਹ ਲਗਾਤਾਰ ਬਿਆਨਬਾਜ਼ੀ, ਜਿਵੇਂ ਹਰਜੀਤ ਗਰੇਵਾਲ ਤੇ ਜਿਆਣੀ ਹੋਣੀ ਦਿੰਦੇ ਰਹੇ, ਹੁਣ ਉਹ ਬਿਆਨਬਾਜ਼ੀ ਦੇ ਰਹੇ ਨੇ। ਪਿਛਲੇ ਕੁਝ ਦਿਨਾਂ ਤੋਂ ਤਾਜ਼ਾ ਬਿਆਨ ਉਹਨਾਂ ਦਾ ਆਇਆ, ਉਹ ਕਹਿੰਦੇ ਕਾਮਰੇਡਾਂ ਨੂੰ ਪਾਸੇ ਕਰ ਦਿਓ, ਮਸਲਾ ਹੱਲ ਹੋ ਜਾਏਗਾ। ਤੁਹਾਨੂੰ ਕੀ ਲੱਗਦਾ ਹੈ ਕਿ ਕਾਮਰੇਡਾਂ ਦੇ ਨਾਲ ਪਾਸੇ ਕਰਨ ਨਾਲ ਮਸਲਾ ਹੱਲ ਹੋ ਜਾਏਗਾ? ਹੋਰ ਵੀ ਕੋਈ ਝੰਡੇ ਬੜੇ ਉੱਥੇ ਲੱਗੇ ਨੇ ਜਾਂ ਕਾਮਰੇਡਾਂ ਦੇ ਵੀ ਲੱਗੇ ਨੇ? ਜੇ ਇੰਨੀ ਉਹ ਹੈ ਲੋਕ ਕਹਿੰਦੇ, ਤੇ ਫਿਰ ਕਾਮਰੇਡਾਂ ਨੂੰ ਦੇਸ਼ ਦੇ ਵਿੱਚ ਤੁਸੀਂ ਕਾਮਰੇਡੀ ਝੰਡਾ ਕਿਉਂ ਝੂਲਣ ਦਿੰਦੇ ਹੋ? ਉਹ ਵੀ ਤਾਂ ਚੱਲ ਹੀ ਰਿਹਾ ਇੱਕ ਵਿਚਾਰਧਾਰਾ। ਨਹੀਂ ਦੇਖੋ, RSS 2-3 ਲੋਕਾਂ ਨੂੰ ਬਹੁਤ ਆਪਣੇ ਵੱਡੇ ਦੁਸ਼ਮਣ ਮੰਨਦੀ ਹੈ। ਜਿਹੜਾ ਬੰਚ ਆਫ ਥਾਟਸ ਇਹਨਾਂ ਦੇ ਗੁਰੂ ਨੇ ਲਿਖਿਆ ਹੈ, RSS ਦੇ ਵੱਡੇ ਲੀਡਰਾਂ ਨੇ ਲਿਖਿਆ, ਉਹਦੇ ਵਿੱਚ ਉਹ ਸਾਫ਼-ਸਾਫ਼ 3 ਦੁਸ਼ਮਣਾਂ ਨੂੰ ਆਇਡੈਂਟੀਫਾਈ ਕਰਦੇ ਆ। ਇੱਕ ਹੈਗੇ ਆ ਮੁਸਲਮਾਨ, ਦੂਸਰੇ ਹੈਗੇ ਆ ਕ੍ਰਿਸਚੀਅਨ ਜਿਹਨਾਂ ਨੂੰ ਬਾਹਰੀ ਧਰਮ ਕਹਿੰਦੇ ਆ, ਤੇ ਤੀਜੇ ਹੈਗੇ ਕਾਮਰੇਡ, ਕਿਉਂਕਿ ਉਹ ਸੈਕੂਲਰਿਜ਼ਮ ਦੀ ਗੱਲ ਕਰਦੇ ਆ। ਉਹ ਇਸ ਕਿਸਮ ਦੀ ਕਿਸੇ ਭਰਮ ਭਾਵ ਜਿਹੜੀਆਂ ਚੀਜ਼ਾਂ ਫੈਲਾਉਣਾ ਜਾਂ ਵਹਿਮ ਫੈਲਾਉਣੇ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਉਹ ਭਰੋਸਾ ਨਹੀਂ ਰੱਖਦੇ, ਤਰਕਸ਼ੀਲਤਾ ਵਿੱਚ ਰੱਖਦੇ ਆ, ਤੇ ਉਹੀ ਉਹਨਾਂ ਨੂੰ ਬਹੁਤ ਚੁੱਭਦਾ। ਇਸ ਲਈ ਉਹ ਕਹਿੰਦੇ ਕਿ ਇਹਨਾਂ ਨੂੰ ਇਹ ਸ਼ਕਤੀ ਬਣਦੇ ਜਾ ਰਹੇ ਆ, ਇਸ ਨੂੰ ਪਹਿਲਾਂ ਬਦਨਾਮ ਕਰੋ, ਇਹਨਾਂ ਨੂੰ ਅਲੱਗ ਕਰੋ। ਇਹ ਕੋਈ ਗੱਲ ਨਹੀਂ ਹੈਗੀ, ਸਾਰੇ ਆਪਣੇ ਹੀ ਦੇਸ਼ ਦੇ ਜਾਏ। ਜੇ RSS ਨੂੰ ਇੱਥੇ ਪੂਰੀ ਜਗ੍ਹਾ ਮਿਲੀ ਹੋਈ ਆ, ਜਿਨ੍ਹਾਂ ਨੇ ਦੇਸ਼ ਦੇ ਵਿੱਚ ਕੋਈ ਆਜ਼ਾਦੀ 'ਚ ਕੋਈ ਕੰਮ ਨਹੀਂ ਸੀ, ਅੰਗਰੇਜ਼ਾਂ ਨਾਲ ਹੀ ਰਲ ਕੇ ਚੱਲਦੇ ਸੀਗੇ। ਜਦੋਂ ਸਾਰੇ ਬਾਕੀ ਪਾਰਟੀਆਂ ਔਰ ਇਹੀ ਕਾਮਰੇਡ ਵੀ, ਭਗਤ ਸਿੰਘ ਵੀ ਆਪਣੇ ਆਪ ਨੂੰ ਲੈਫਟ ਓਰੀਐਂਟਡ ਹੀ ਮੰਨਦੇ ਸੀ, ਉਹ ਆਪਣੀਆਂ ਸ਼ਹੀਦੀਆਂ ਦੇ ਰਹੇ ਸੀ। ਇਸ ਤਰੀਕੇ ਨਾਲ ਜੇ ਆਪਾਂ ਵੰਡੀਆਂ ਪਾਵਾਂਗੇ ਕਿ ਫਲਾਨਾ ਬੁਰਾ ਤੇ ਅਸੀਂ ਚੰਗੇ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਤੁਸੀਂ ਮੁੱਦਿਆਂ ਤੇ ਗੱਲ ਕਰੋ। ਇਹ ਸਾਰੇ ਆਪਣੇ ਦੇਸ਼ ਵਾਸੀ ਆ, ਸਾਰੇ ਵੋਟਰ ਆ, ਇੱਥੋਂ ਦੇ ਵਸਿੰਦੇ ਆ। ਉਹਨਾਂ ਦਾ ਜੇ ਕੋਈ ਕ੍ਰਿਮੀਨਲ ਇਤਿਹਾਸ ਆ ਤੇ ਉਹ ਤੁਸੀਂ ਦੱਸੋ, ਉਹ ਤੁਸੀਂ, ਤੁਹਾਡੇ ਕੋਲ ਕਾਨੂੰਨ ਹੈਗਾ ਆ। ਪਰ ਸਵਾਲ ਤੇ ਇਹ ਆ ਕਿ ਅਸਲ 'ਚ ਤੇ 43% ਕ੍ਰਿਮੀਨਲ ਤੇ ਪਾਰਲੀਮੈਂਟ 'ਚ ਹੀ ਬੈਠੇ ਜਿਨ੍ਹਾਂ ਦੇ ਕ੍ਰਿਮੀਨਲ ਕੇਸ ਹੈਗੇ ਆ। 43% ਤੇ ਆ, ਥੋੜਿਆਂ ਤੇ ਨਹੀਂ। ਤੇ ਉਹੋ ਜਿਹਾ ਦੇਸ਼ ਹੀ ਕਿਵੇਂ ਚੱਲਣਾ, ਕਿਵੇਂ ਸਵੱਛ ਭਾਰਤ ਦੇ ਵਿੱਚ ਸਵੱਛ ਰਾਜਨੀਤੀ ਹੋਣੀ ਆ, ਉਹ ਤੇ ਆਪਣੇ ਆਪ 'ਚ ਹਮੇਸ਼ਾ ਸਵਾਲਾਂ ਦੇ ਵਿੱਚ ਘਿਰੀ ਰਹਿੰਦੀ ਹੈ। ਇਹ ਤੇ ਉਹ ਆਪਣੇ ਪੀੜੀ ਥੱਲੇ ਝਾੜੂ ਮਾਰ ਕੇ ਦੇਖਣ ਕਿ ਕਿਹੜੇ ਚੰਗੇ ਕਿਹੜੇ ਮਾੜੇ। ਪਰ ਇਹਨਾਂ ਮੂਵਮੈਂਟਾਂ ਵਿੱਚ ਸੁੰਘ ਕੇ ਅਲੱਗ-ਅਲੱਗ ਛਾਨਣੇ ਲਾ ਕੇ ਇਹ ਲੱਭਣਾ ਕਿ ਇਹਦੇ 'ਚ ਖਾਲਿਸਤਾਨੀ ਆਣ ਵੜਿਆ, ਇਹ 'ਚ ਕਾਂਗਰਸੀ ਆਣ ਵੜਿਆ, ਇਹਦੇ 'ਚ ਕਾਮਰੇਡ ਆ, ਕਦੀ ਮਾਓਇਸਟ ਆ, ਕਦੀ ਕੋਈ। ਇਹ ਸਾਰੀਆਂ ਚੀਜ਼ਾਂ ਤੋਂ ਉਹ ਲਹਿਰ ਨੂੰ ਕਮਜ਼ੋਰ ਕਰਨ ਲਈ ਕੋਸ਼ਿਸ਼ ਕਰ ਰਿਹਾ। ਪਰ ਉਹਨਾਂ ਨੂੰ ਇਹ ਹੁਣ ਤੱਕ ਮੇਰਾ ਖਿਆਲ ਸਿੱਖ ਲੈਣਾ ਚਾਹੀਦਾ ਕਿ ਇਹ ਲੋਕ ਏਕਾ ਆ, ਉਹ ਬਿਯੋਂਡ ਆਈਡੀਓਲੋਜੀ, ਜਿਹੜੀਆਂ ਵਿਚਾਰਧਾਰਾਵਾਂ ਤੋਂ ਵੀ ਪਰੇ, ਆਪਣੇ ਹੋਰ ਜਿਹੜੇ ਛੋਟੇ ਹਿੱਤ ਹੁੰਦੇ ਆ ਉਹਦੇ ਤੋਂ ਵੀ ਪਰੇ, ਔਰ ਜਿਹੜੀਆਂ ਕਈ ਕਿਸਮ ਦੀਆਂ ਆਰਗੇਨਾਈਜੇਸ਼ਨਲ ਆਪਾਂ ਆਮ ਹਾਲਾਤਾਂ ਵਿੱਚ ਆਪੋ ਆਪਣੀਆਂ ਅਲੱਗ ਖੇਮਾਂ ਰੱਖਦੇ ਆ, ਉਹਦੇ ਤੋਂ ਵੀ ਪਰੇ ਇੱਕ ਏਕਾ ਹੋਇਆ। ਇਹ ਏਕਾ ਜਿਹੜਾ ਲੋਕਾਂ ਦੇ ਆਪਸੀ ਏਕਾ ਆ, ਜਿਹਦੇ ਵਿੱਚ ਲੀਡਰਸ਼ਿਪ ਵੀ ਉਸ ਨੂੰ ਮੰਨ ਕੇ ਤੇ ਉਸ ਦੀ ਰਿਸਪੈਕਟ ਕਰਕੇ, ਆਦਰ ਮਾਣ ਕਰਕੇ ਆਪਣੀਆਂ ਸਾਰੇ ਫੈਸਲੇ ਲੈ ਰਹੀ ਹੈ। ਜੇ ਕਦੀ ਕਿਸੇ ਦੇ ਉੱਤੇ ਕੋਈ ਤੁਹਮਤ ਲਾਉਣੀ, ਕਿਸੇ ਨੂੰ ਕੁਝ ਕਰਨਾ, ਮੇਰਾ ਖਿਆਲ ਇਹ ਸਾਰਾ ਭੰਡੀ ਪ੍ਰਚਾਰ ਆ, ਇਹਨੂੰ ਬੰਦ ਕਰਨਾ ਚਾਹੀਦਾ। ਅਸਲੀ ਮਾਨੇ ਇਹਦੇ ਵਿੱਚ ਅੱਜ ਦੇਖੋ ਤੁਸੀਂ, ਫਿਰ ਇਹ ਇੱਕ ਨਹੀਂ ਕਰ ਰਹੇ, ਉਹ ਚੌਧਰੀ ਸਾਹਿਬ ਕੱਲਾ ਸਟੇਟ ਮਿਨਿਸਟਰ ਆਫ ਐਗਰੀਕਲਚਰ ਨਹੀਂ ਕਰ ਰਹੇ, ਦੂਸਰੇ ਵੀ ਜੇ ਦੇਖੋ ਤੇ ਇਹ ਉੱਥੇ ਅਮਿਤ ਸ਼ਾਹ ਜੀ ਕਰਨਾਟਕਾ ਗਏ ਆ, ਉਹ ਉੱਥੇ ਭੰਡੀ ਪ੍ਰਚਾਰ ਕਰਕੇ ਆ ਗਏ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਦੇਖੋ ਜੀ ਅਸੀਂ ਤੇ ਆਮਦਨ ਦੁੱਗਣੀ ਕਰ ਦੇਣੀ। ਇੱਕ ਪਾਸੇ ਕਹੀ ਜਾਂਦੇ ਆਮਦਨ ਦੁੱਗਣੀ ਕਰ ਦੇਣੀ, ਉਹ ਦੂਜੇ ਪਾਸੇ ਕਹੀ ਜਾਂਦੇ ਆ ਕਾਨੂੰਨ ਅਸੀਂ ਤੁਹਾਡੇ ਅਮੈਂਡਮੈਂਟ ਕਰ ਦਿੰਦੇ, ਜਿੰਨੀ ਕਹੋ। ਇਹਦਾ ਮਤਲਬ ਤੁਸੀਂ ਕਿਹੜੀ ਗੱਲ, ਇੱਕ ਨੂੰ ਫੜੋ ਨਾ। ਜੇ ਤੁਸੀਂ ਆਮਦਨ ਦੁੱਗਣੀ ਕਰਨੀ ਆ ਕਾਨੂੰਨ ਬਣਾ ਕੇ, ਫਿਰ ਤੁਸੀਂ ਬਿਲਕੁਲ ਅੜੇ ਰਹੋ ਵੀ ਅਸੀਂ ਤੇ ਇਹਦਾ ਇੱਕ ਅੱਖਰ ਵੀ ਨਹੀਂ ਬਦਲ ਸਕਦੇ, ਕਿਉਂਕਿ ਇਹ ਪੂਰਾ ਲਾਗੂ ਹੋਊਗਾ ਤਾਂ ਹੀ ਆਮਦਨ ਦੁੱਗਣੀ ਹੋਊਗੀ।
ਤੁਸੀਂ ਕਹੋ ਨਾ, ਫਿਰ ਵਿੱਚੋਂ ਬਦਲਣੇ ਵੀ ਕਹਿੰਦੇ ਆ, ਵਿੱਚੇ ਕਹਿੰਦੇ ਆ ਕਿ ਤੁਸੀਂ ਅੜੇ ਹੋਏ ਆ, ਤੁਸੀਂ ਅੜੀ ਸਰਕਾਰ ਖੋਦਿਆ, ਗਲਤ ਚੀਜ਼ ਲਿਆ ਕੇ ਲੋਕਾਂ ਦੇ ਸਿਰ ਮੜਤੀ ਆ, ਤੇ ਉਹਨਾਂ ਦੇ ਦੋਸ਼ ਲਾ ਰਹੇ ਆ, ਕਿਸਾਨਾਂ ਦੇ ਦੋਸ਼ ਲਾ ਰਹੇ ਆ ਕਿ ਇਸ ਕਿਸਾਨ ਟਸ ਤੋਂ ਮਸ ਨਹੀਂ ਹੁੰਦੇ, ਅਸੀਂ ਤੇ ਕਿੰਨਾ ਕੁਝ ਕਰ ਦਿੱਤਾ, ਤੁਸੀਂ ਕੀ ਕਰਤਾ ਵੀ ਤੁਸੀਂ ਕੰਮ ਹੀ ਤੁਹਾਨੂੰ ਤੇ ਮਾਫੀ ਮੰਗਣੀ ਚਾਹੀਦੀ ਸੀ, ਹੁਣ ਤੱਕ ਨੱਕ ਰਗੜਨਾ ਚਾਹੀਦਾ ਸੀ, ਅਜੇ ਤੱਕ ਕਰ ਖੁਦ ਤੁਸੀਂ ਜਾਣੀ ਜਿਹੜੀ ਲੋਕਪ੍ਰਿਯਾ ਕਿਸੇ ਵੀ ਕਿਸਮ ਦੀ ਓਪੀਨੀਅਨ ਆ, ਉਹਨਾਂ ਦੇ ਮਤ ਹੈਗਾ ਆ, ਉਸ ਦੇ ਵਿਰੁੱਧ ਜਾ ਕੇ ਤੁਸੀਂ ਸਾਰੇ ਕਾਨੂੰਨ ਲੈ ਕੇ ਆਏ ਆ, ਔਰ ਹੁਣ ਤੁਸੀਂ ਕਹਿੰਦੇ ਆ ਕਿ ਉਹ ਜੀ ਬੜੇ ਪੱਕੇ ਤੌਰ ਤੇ ਆ, ਲਚਕੀਲਾ ਨਹੀਂ ਆ, ਫਲੈਕਸੀਬਿਲਿਟੀ ਨਹੀਂ ਆ, ਕਿਵੇਂ ਇਹਦੇ ਚੋਂ ਬਾਹਰ ਨਿਕਲੇ? ਕਿਵੇਂ ਬਾਹਰ ਨਿਕਲੇ? ਜਿਵੇਂ ਤੁਸੀਂ ਵੜੇ ਆ ਉਂਝ ਬਾਹਰ ਨਿਕਲੋ, ਜਿਵੇਂ ਲੋਕਾਂ ਨੂੰ ਧੱਕਿਆ ਇਹਦੇ ਲੋਕ ਤੁਹਾਨੂੰ ਕੱਢ ਦੇਣਗੇ ਫੜ ਕੇ, ਤੁਸੀਂ ਦੱਸੋ ਤੁਹਾਨੂੰ ਕਿੱਥੇ ਤੁਸੀਂ ਫਸੇ ਹੋਏ ਆ, ਅਸੀਂ ਖਿੱਚ ਕੇ ਬਾਹਰ ਕੱਢ ਦਿੰਨੇ। ਇਹ ਤਰੀਕੇ ਨਹੀਂ ਹੈਗੇ। ਉਹ ਖੁਦ ਆਪਣੇ ਆਪ ਨੂੰ ਅੰਦਰ ਆਪਣੇ ਝਾਤੀ ਮਾਰਨ ਕਿ ਕਿੰਨਾ ਮਾੜਾ ਕਰਮ ਉਹਨਾਂ ਨੇ ਕੀਤਾ ਆ, ਕਿ ਆਪਣੇ ਹੀ ਦੇਸ਼ ਵਾਸੀਆਂ ਨੂੰ ਉਹਨਾਂ ਨੂੰ ਘਰੋਂ ਤੋਂ ਬੇਘਰ ਕਰਕੇ ਉਜਾੜਨਾ ਚਾਹੁੰਦੇ ਆ। ਉਹ ਖਤਮ ਹੋ ਜਾਣਗੇ ਬਹੁਤ ਵੱਡੀ ਗਿਣਤੀ 'ਚ, ਬਿਲਕੁਲ ਪਾਪੂਲੇਸ਼ਨ ਐਲੀਮੀਨੇਟ ਹੋ ਜਾਊਗੀ, ਖਤਮ ਹੋ ਜਾਊਗੀ, ਕਿਉਂਕਿ ਉਹਨਾਂ ਕੋਲ ਕੋਈ ਸਹਾਰਾ ਹੀ ਨਹੀਂ ਰਹੂਗਾ। ਜ਼ਮੀਨ ਛੱਡੋ ਤੁਸੀਂ, ਕੋਈ ਇੰਨੇ ਵੱਡੇ ਲੋਕਾਂ ਨੂੰ ਬੇਰੁਜ਼ਗਾਰੀ 'ਚ ਇੰਨਾ ਤੱਕਣਗੇ, ਭੁੱਖ ਨਾਲ ਮਰਨਗੇ ਲੋਕ, ਕਿਉਂਕਿ ਪੀਡੀਐਸ ਸਿਸਟਮ ਖਤਮ ਹੋ ਜਾਊਗਾ। ਸੁਖਵਿੰਦਰ, ਮੈਂ ਕੱਲ ਇੱਥੇ ਇੱਕ ਛੋਟੇ ਜਿਹੇ ਸਟੋਰ ਦੇ ਉੱਤੇ ਗਿਆ, ਮੈਂ ਨਾਂ ਨਹੀਂ ਲੈਣਾ, ਉੱਥੇ ਦੇਖਿਆ ਐਵੇਂ 350 ਗ੍ਰਾਮ ਦਾ ਸੜਿਆ ਹੋਇਆ ਪੱਤਾ ਗੋਭੀ ਦਾ ਫੁੱਲ ਸੀ, ਸੜਿਆ ਹੋਇਆ। ਉਹ ਬਾਹਰੋਂ ਉਹਦੇ ਪੋਲੀਥੀਨ ਚੋਂ ਨਜ਼ਰ ਆ ਰਿਹਾ ਸੀਗਾ ਕਿ ਉਹ ਕਿੰਨਾ ਅੰਦਰ ਸੜ ਚੁੱਕਾ ਹੋ ਸਕਦਾ, ਉਹ 15-20 ਦਿਨ 25 ਦਿਨ ਪੁਰਾਣਾ ਹੋਵੇ। ਉੱਤੇ ਕੀਮਤ ਲਿਖੀ ਸੀ 50 ਰੁਪਏ, ਜਦ ਕਿ ਉਹ ਬਾਹਰ ਉਹਨੂੰ ਜਿਹੜੀ ਆਵਾਰਾ ਗਾਂ ਉਹ ਵੀ ਨਾ ਖਾਵੇ, ਸੁੰਘ ਕੇ ਪਰਾਂ ਚਲੇ ਜੂਗੀ, ਇਹ ਉਹਦੀ ਹਾਲਤ ਸੀਗੀ। ਇਸ ਤਰੀਕੇ ਨਾਲ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਨਹੀਂ ਮਿਲਣਗੀਆਂ, ਸ਼ੁਰੂਆਤ ਹੋ ਚੁੱਕੀ ਆਲਰੇਡੀ ਇਹੋ ਜਿਹੇ ਸਟੋਰਾਂ ਦੇ ਵਿੱਚ। ਜਿਹੜਾ ਇਸ ਤਰੀਕੇ ਨਾਲ ਜਿਹੜੀ ਤੁਹਾਨੂੰ ਰੇਹੜੀ ਤੋਂ ਪੱਤਾ ਗੋਭੀ 2 ਰੁਪਏ ਕਿਲੋ ਮਿਲਦੀ ਆ, ਉਹ 200 ਰੁਪਏ ਕਿਲੋ ਹੋ ਜੂਗੀ। ਜਦੋਂ 100 ਗੁਣਾ ਰੇਟ ਵਧੂਗਾ ਤੇ ਤੁਹਾਡੀ ਵੇਚ ਤੇ ਗਰੀਬਾਂ ਦੀ ਤੇ ਨਹੀਂ ਨਾ 100 ਗੁਣਾ ਵਧਣੀ। ਇੱਥੇ ਹਰ ਬੰਦੇ ਨੂੰ ਇਹ ਜੀਨੋਸਾਈਡ ਦਾ ਪਲਾਨ ਆ। ਜੀਨੋਸਾਈਡ ਦਾ ਮਤਲਬ ਹੁੰਦਾ ਕਿ ਆਮ ਲੋਕਾਂ ਦੀ ਹੱਤਿਆ ਕਰ ਦੇਣੀ ਬਹੁਤ ਵੱਡੇ ਪੱਧਰ ਤੇ, ਜਿਵੇਂ ਜੂਸ ਦੀ ਕੀਤੀ ਸੀ। ਇਹ ਕਾਨੂੰਨ ਨਹੀਂ ਹੈ, ਇਹ ਬਹੁਤ ਵੱਡਾ ਇੱਕ ਕਿਸਮ ਦਾ ਨਿਊਕਲੀਅਰ ਬੰਬ ਵਾਂਗੂ ਲੋਕਾਂ ਦੇ ਉੱਤੇ ਅਸਰ ਕਰੂਗਾ। ਇਹ ਅਜੇ ਸਮਝ ਨਹੀਂ ਰਹੇ, ਕਿਉਂਕਿ ਜਾਂ ਤੇ ਇਹਨਾਂ ਦੀ ਬੁੱਧੀ ਨਹੀਂ ਹੈਗੀ, ਜਾਂ ਇਹ ਵਿਕ ਇੰਨਾ ਚੁੱਕਿਆ, ਜਾਂ ਨਸ਼ੇ ਸੱਤਾ ਦੇ ਨਸ਼ੇ 'ਚ ਇੰਨੇ ਬੇਹੋਸ਼ ਹੋ ਚੁੱਕੇ ਆ ਕਿ ਇਹਨਾਂ ਨੂੰ ਹੋਸ਼ 'ਚ ਆਉਂਦੇ ਨਹੀਂ, ਦੇਖ ਨਹੀਂ, ਅੱਖਾਂ ਨਹੀਂ ਖੁੱਲ ਰਹੀਆਂ। ਇਹ ਮਾੜੀ ਗੱਲ ਹੈ, ਆਪਣੇ ਆਪ ਨੂੰ ਸੋਚਣ ਔਰ ਇੱਥੋਂ ਆਪਣੇ ਕਦਮ ਵਾਪਸ ਲੈ ਕੇ ਜਿਹੜੀ ਮੀਟਿੰਗ ਕੱਲ ਨੂੰ ਹੋਣੀ ਆ ਉਹਦੇ 'ਚੋਂ ਫਾਈਨਲਾਈਜ਼ ਕਰਨ। ਨਹੀਂ ਤੇ 26 ਵਾਲਾ ਪ੍ਰੋਗਰਾਮ ਜਿਹੜਾ ਉਹ ਤੇ ਧੜੱਲੇ ਨਾਲ ਹੋਣਾ, ਪੀਸਫੁਲ ਹੋਣਾ। ਜੇ ਇਹਨਾਂ ਨੇ ਉਹਦੇ 'ਚ ਵਾਇਲੈਂਸ ਕਰਨੀ ਆ ਤੇ ਫਿਰ ਇਹਨਾਂ ਨੂੰ ਹੋ ਸਕਦਾ ਆਪਣੀ ਸਰਕਾਰ ਤੋਂ ਵੀ ਹੱਥ ਧੋਣੇ ਪੈਣ। ਅਜੇ ਤੱਕ ਤੇ ਕਾਨੂੰਨਾਂ ਦੀ ਗੱਲ ਆ, ਫਿਰ ਸਿੱਧਾ ਲੋਕੀ ਅਗਲੇ ਦਿਨ ਹੀ ਮੰਗ ਕਰ ਦੇਣਗੇ ਮੋਦੀ ਖਿੱਚ ਕੇ ਥੱਲੇ ਲਾਓ, ਇਹ ਸਾਨੂੰ ਪ੍ਰਧਾਨ ਮੰਤਰੀ ਨਹੀਂ ਚਾਹੀਦਾ, ਦੁਬਾਰਾ ਚੋਣਾਂ ਕਰਾਓ। ਇਹ ਮੁੱਦਾ ਪੱਕੂਗਾ ਜੇ ਇਹਨਾਂ ਨੇ ਕਿਸੇ ਕਿਸਮ ਦੀ ਵੀ ਵਧੀਕੀ ਕਿਸਾਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ 26 ਤਰੀਕ ਨੂੰ। ਹਾਂਜੀ ਬਿਲਕੁਲ। ਆਖਰੀ ਸਵਾਲ ਮੇਰਾ ਕਿਸਾਨੀ ਏਕੇ ਨੂੰ ਲੈ ਕੇ, ਜਿਵੇਂ ਦੀਆਂ ਆਪਾਂ ਗੱਲਾਂ ਕੀਤੀਆਂ ਕਿ ਗੁਰਨਾਮ ਸਿੰਘ ਚੜੂਨੀ ਦਾ ਮਸਲਾ ਆ ਗਿਆ, ਫਿਰ ਖੇਤੀ ਰਾਜ ਮੰਤਰੀ ਜਿਵੇਂ ਕਹਿ ਰਹੇ ਨੇ ਕਿ ਨਕਸਲੀਆਂ ਨੂੰ ਉਹਨਾਂ ਨੂੰ ਕੱਢ ਦਿਓ ਉੱਥੋਂ, ਫਿਰ ਉਸ ਤੋਂ ਬਾਅਦ ਗੱਲ ਮਸਲਾ ਹੱਲ ਹੋ ਜਾਏਗਾ। ਇਹ ਬਿਆਨਬਾਜ਼ੀਆਂ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨੀ ਅੰਦੋਲਨ ਦੇ ਵਿਚਾਲੇ ਕਿਸਾਨਾਂ ਦੇ ਵਿੱਚੋਂ ਕੁਝ ਲੋਕ ਇਹੋ ਜਿਹੇ ਜਿਹੜੇ ਨੇ ਉਹ ਇਹੋ ਜਿਹੇ ਮੁੱਦੇ ਚੁੱਕ ਲੈਂਦੇ ਨੇ, ਕਦੇ ਨਕਸਲੀਆਂ ਦਾ ਨਾਮ ਲੈ ਕੇ ਬਦਨਾਮ ਕਰਤਾ, ਕਦੇ ਜਿਹੜਾ ਨਿਹੰਗਾਂ ਦੇ ਉੱਤੇ ਜਿਹੜੀ ਉਹ ਕਿਤੇ ਨਾ ਕਿਤੇ ਉਂਗਲ ਚੁੱਕ ਦਿੱਤੀ, ਕਦੇ ਖਾਲਿਸਤਾਨੀਆਂ ਦੇ ਉੱਤੇ, ਕਦੇ ਆਪਣੇ ਝੰਡਿਆਂ ਦੇ ਉੱਤੇ। ਮਤਲਬ ਕਿ ਮਸਲਾ ਜਿਹੜਾ ਉਹ ਕਿਸਾਨੀ ਦਾ ਸੀ ਤੇ ਵਾਰ-ਵਾਰ ਉਹਨੂੰ ਡੀਰੇਲ ਕੀਤਾ ਗਿਆ। ਹੁਣ ਚਾਹੀਦਾ ਇਹ ਨਹੀਂ ਕਿ ਇਹੋ ਜਿਹੀ ਬਿਆਨਬਾਜ਼ੀ ਇੱਧਰੋਂ ਵੀ ਨਹੀਂ ਹੋਣੀ ਚਾਹੀਦੀ ਤਾਂ ਕਿ ਸਰਕਾਰ ਨੂੰ ਮੌਕਾ ਨਾ ਮਿਲੇ, ਕਿਉਂਕਿ ਜਦੋਂ ਹੁਣ ਕਾਂਗਰਸ ਦੀ ਗੱਲ ਹੋਈ ਤਾਂ ਉੱਥੇ ਲਾਜ਼ਮੀ ਤੌਰ ਤੇ ਹੈ ਕਿ ਬੀਜੇਪੀ ਦੇ ਖੇਤਰ ਵਿੱਚ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਕਾਂਗਰਸ ਦੇ ਨਾਲ ਜਿਹੜੀ ਆ ਉਹ ਗੁਰਨਾਮ ਸਿੰਘ ਚੜੂਨੀ ਹੋਣੀ ਮਿਲੇ ਨੇ ਤਾਂ ਕਿਤੇ ਨਾ ਕਿਤੇ ਸਿਆਸਤ ਪਣਪਰੀ ਹੈ ਦੇ ਵਿੱਚ। ਜਦੋਂ ਜਨਸੰਸਦ ਕਰਨਗੇ ਹੋਰ ਆਏ ਕਿ ਜੀ ਇਹਨਾਂ ਦੇ ਇਸ਼ਾਰੇ ਤੇ, ਕਿਸਾਨਾਂ ਦੇ ਇਸ਼ਾਰੇ ਤੇ ਹੈ। ਏਕੇ ਦੇ ਉੱਤੇ ਗੱਲ ਕਰੋ, ਅਖੀਰ ਦੇ ਵਿੱਚ ਦੱਸ ਦਿਓ ਕਿ ਏਕਾ ਕਿਸ ਤਰ੍ਹਾਂ ਬਰਕਰਾਰ ਰੱਖਣ ਤਾਂ ਕਿ ਮੋਰਚਾ ਜਿਹੜਾ ਸਫਲ ਹੋ ਸਕੇ। ਮੈਂ ਇਹ ਗੱਲ ਦੱਸਦਾ ਹਾਂ ਕਿ ਸੁਖਵਿੰਦਰ ਜੀ, ਜੋ ਏਕਾ ਬਣਿਆ ਉਹ ਬਿਲਕੁਲ ਚਟਾਨ ਵਰਗਾ, ਉਹ ਬਿਲਕੁਲ ਟੁੱਟ ਨਹੀਂ ਸਕਦਾ। ਮੈਂ ਇਹ ਵੀ ਗੱਲ ਦੱਸ ਦਿਆਂ, ਜੇ ਇੱਕਾ ਦੁੱਕਾ ਬੰਦਾ ਬਾਹਰ ਜਾਊਗਾ, ਉਹਨੂੰ ਵਾਰਨਿੰਗ ਮਿਲੂਗੀ, ਉਹ ਜਾਂ ਤੇ ਫਿਰ ਆਪਣੇ ਆਪ ਘਰੇ ਬਹਿ ਜਾਊਗਾ, ਜਾਂ ਵਾਪਸ ਮੁੜ ਕੇ ਉਹ ਵਾਰਨਿੰਗ ਤੋਂ ਬਾਅਦ ਆ ਕੇ ਜੁਆਇਨ ਕਰ ਜਾਊਗਾ। ਹੋਰ ਤੀਸਰਾ ਰਸਤਾ ਹੈ ਹੀ ਨਹੀਂ। ਇਹ ਤੇ ਏਕਾ ਜਿਹੜਾ ਆ ਕੋਈ ਇਤਿਹਾਸਿਕ ਏਕਾ ਆ, ਉਹ ਕੋਈ ਐਵੇਂ ਇਹ ਤੁਰੇ ਜਾਂਦਿਆਂ ਸ਼ਾਮ ਨੂੰ ਹੋਟਲ 'ਚ ਰੋਟੀ ਖਾਣ ਦਾ ਜਿਸ ਤਰ੍ਹਾਂ ਹੁੰਦਾ ਸ਼ਾਮ ਨੂੰ ਚਲੋ ਕਿ ਅੱਜ ਆਊਟਿੰਗ ਕਰ ਲਈਏ, ਤੇ ਉਹੋ ਜਿਹਾ ਏਕਾ ਥੋੜੀ ਹੈ। ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਏਕਾ ਆ, ਔਰ ਉਹਦੇ 'ਚ ਜੇ ਕੋਈ ਇੱਕੜ ਦੁੱਕੜ ਗਲਤੀ ਕਰਕੇ ਰੁੱਸ ਕੇ ਜਾਂ ਕੋਈ ਕਿਸੇ ਕਿਸਮ ਦਾ ਸਰਕਾਰ ਦੇ ਬਹਿਕਾਵੇ 'ਚ ਆ ਕੇ ਕੁਛ ਇੱਧਰ ਉੱਧਰ ਹੋ ਵੀ ਜਾਂਦਾ, ਹਿੱਲ ਵੀ ਜਾਂਦਾ, ਇਹ ਜਿਹੜਾ ਬਾਕੀ ਦੀ ਜਿਹੜੀ ਥੱਲੇ ਉੱਥੇ ਲੋਕ ਚਟਾਨ ਵਾਂਗੂ ਖੜੇ ਆ ਤੇ ਉਹਨਾਂ ਦੇ ਲੀਡਰ ਉਹਨੂੰ ਰਿਪਰੈਜ਼ੈਂਟ ਕਰਦੇ ਆ, ਉਹਨੂੰ ਥੋੜੀ ਕੁਛ ਹੋ ਸਕਦਾ ਆ।
ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕਿਸਮ ਦਾ ਏਕੇ ਦੇ ਵਿੱਚ ਜਾਂ ਉਹਨਾਂ ਦੀ ਮਜ਼ਬੂਤੀ 'ਚ ਜਾਂ ਯੂਨਿਟੀ 'ਚ ਜਾਂ ਉਹਨਾਂ ਦੀ ਬੁਲੰਦੀ ਦੇ ਵਿੱਚ ਕੋਈ ਵੀ ਭੋਰਾ ਵੀ ਕਿਸੇ ਕਿਸਮ ਦਾ ਫਰਕ ਹੈਗਾ। ਪਰ ਚੱਲਦੇ ਜਿਸ ਤਰ੍ਹਾਂ ਆਪਾਂ ਜਦੋਂ ਵਿਆਹ ਤੇ ਜਾਂਦੇ ਹਾਂ, ਇੱਕ ਅੱਧਾ ਉੱਥੇ ਫਿਰ ਰੁੱਸ ਦਾ ਤੇ ਹੁੰਦਾ ਹੀ ਆ ਕਈ ਵਾਰੀ। ਜ਼ਰੂਰੀ ਨਹੀਂ ਹਰ ਵਿਆਹ 'ਚ ਹੀ ਹੋਵੇ। ਜਦੋਂ ਜਾਂਦੇ ਹਾਂ ਫਿਰ ਉਹਨੇ ਆਪਣੇ ਥੋੜਾ ਜਿਹਾ ਸਾਰਿਆਂ ਦਾ ਧਿਆਨ ਖਿੱਚਣਾ ਹੁੰਦਾ ਕਿ ਮੈਨੂੰ ਦਾਰੂ ਚੰਗੀ ਨਹੀਂ ਪਿਲਾਈ ਜਾਂ ਮੀਟ ਜਿਹੜਾ ਸੀ ਥੋੜਾ ਪੁਰਾਣਾ ਹੋ ਗਿਆ। ਇਹੋ ਜਿਹੀਆਂ ਗੱਲਾਂ ਤੇ ਦੇਖੋ ਜਦੋਂ ਐਡਾ ਵੱਡੀ ਮੂਵਮੈਂਟ ਆ ਤੇ 19-21 ਤੇ ਹੁੰਦਾ ਹੀ ਰਹੂਗਾ। ਪਰ ਇਹੋ ਜਿਹੀ ਤੁਸੀਂ ਕਦੀ ਵੀ ਨਾ ਸੁਪਨੇ 'ਚ ਵੀ ਨਾ ਸੋਚਿਓ ਕਿ ਉਸ ਜੇ ਕੋਈ 19-21 ਮਾੜੀ ਮੋਟੀ ਲੀਹ ਤੋਂ ਮਾੜਾ ਜਿਹਾ ਵੀ 2 ਇੰਚ ਪਰਾਂ ਹੁੰਦਾ ਕਿ ਉਹਦੇ ਨਾਲ ਸਾਰੀ ਗੱਡੀ ਡੀਰੇਲ ਹੋ ਜੂਗੀ। ਇਸ ਤਰ੍ਹਾਂ ਦਾ ਕੋਈ ਚਾਂਸ ਨਹੀਂ ਹੈ। ਇਹ ਏਕਾ ਇਤਿਹਾਸਿਕ ਏਕਾ ਆ ਔਰ ਬਹੁਤ ਸਮਝਦਾਰੀ ਚੋਂ ਬਹੁਤ ਹੀ ਮੈਚੁਰ ਲੋਕਾਂ ਦਾ ਬਣਿਆ ਹੋਇਆ ਲੀਡਰਸ਼ਿਪ ਦਾ ਬਣਿਆ ਹੋਇਆ ਏਕਾ। ਔਰ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਬਾਰ-ਬਾਰ ਕਹਿੰਦੇ ਆ ਕਿ ਦੇਖੋ ਜੀ ਉਹ ਕਹਿੰਦੇ ਨਕਸਲਾਈਟ ਹੈ ਤੇ ਇਸ ਕਰਕੇ ਅਸੀਂ ਗੱਲ ਨਹੀਂ ਕਰਾਂਗੇ। ਕੀ ਇਹ ਕਿਸਾਨ ਲੀਡਰ ਕਦੀ ਮੋਦੀ ਅੱਗੇ ਜਾਂ ਨਰਿੰਦਰ ਸਿੰਘ ਤੋਮਰ ਅੱਗੇ ਇਹ ਪ੍ਰਪੋਜ਼ਲ ਰੱਖਦੇ ਆ ਕਿ ਤੁਸੀਂ ਜੋ ਆਪਣੇ ਉੱਥੇ 2 ਦਰਜਨਾਂ ਦੇ ਕਰੀਬ ਮੇਰਾ ਖਿਆਲ ਘੱਟੋ ਘੱਟ ਇਹਨਾਂ ਦੇ NDA ਦੇ ਵਿੱਚ ਭਾਈਵਾਲ ਹੈਗੇ ਆ ਵੀ ਤੁਸੀਂ ਫਲਾਣੇ ਨੂੰ ਬਾਹਰ ਕੱਢੋ ਫਿਰ ਅਸੀਂ ਗੱਲ ਕਰਾਂਗੇ, ਤੁਸੀਂ ਉਹਨੂੰ ਕਿ ਰੱਖਿਆ ਉਹਨੂੰ ਬਾਹਰ ਕੱਢੋ ਅਸੀਂ ਫਿਰ ਗੱਲ ਕਰਾਂਗੇ। ਕੋਈ ਕਹਿੰਦਾ ਇਹਨਾਂ ਨੂੰ? ਤੁਸੀਂ ਗੌਰਮੈਂਟ ਆ, ਤੁਸੀਂ ਆਪਣੇ ਤੌਰ ਤੇ ਆਓ। ਇਹ ਆਪਣੇ ਤੌਰ ਤੇ ਲੀਡਰ ਤੁਹਾਨੂੰ ਦਿੰਦੇ, ਤੁਹਾਡੇ ਕੀ ਕਿੱਥੇ ਤੁਹਾਨੂੰ ਖੁਜਲੀ ਕਿੱਥੇ ਹੁੰਦੀ? ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਕਿਹੜੀ ਗੱਲ ਤੁਹਾਨੂੰ ਕਹਿੰਦੇ। ਉਹ ਕੋਈ ਉੱਥੇ ਇੱਟਾਂ ਪੱਥਰ ਮਾਰ ਰਹੇ ਆ ਕੋਈ ਵੀ। ਹੁਣ ਮੈਂ ਕਹਿੰਦਾ ABC ਮੈਨੂੰ ਨਹੀਂ, ਭਾਵੇਂ RSS ਦੀ ਯੂਨੀਅਨ ਵੀ ਵਿੱਚ ਬੈਠੀ ਹੋਵੇ, ਜੇ ਉਹ ਸ਼ਾਂਤਮਈ ਧਰਨੇ ਤੇ ਕਿਸੇ ਹੱਕ 'ਚ ਲੋਕਾਂ ਦੇ 'ਚ ਬੈਠੀ ਹੈ ਤੇ ਕਿਸੇ ਨੂੰ ਕੀ ਉਹਦੀ ਦਿੱਕਤ ਹੈ? ਅਸੀਂ ਕਿਸਾਨ ਪਹਿਲਾਂ ਯੂਨੀਅਨ ਆਪਸ ਵਿੱਚ ਇਹੋ ਜਿਹੀਆਂ ਬੇਇਤਫਾਕੀਆਂ ਰੱਖਦੇ ਸੀਗੇ ਹੈ ਨਾ। ਉਹਨਾਂ ਤੇ ਸਿੱਖ ਲਿਆ ਕਿ ਇਹਦੇ ਨਾਲ ਸਾਡੇ ਦੁਸ਼ਮਣ ਜਾਂ ਸਰਕਾਰਾਂ ਤਕੜੀਆਂ ਹੁੰਦੀਆਂ। ਉੱਥੇ ਹਰੇ ਵੀ, ਉੱਥੇ ਚਿੱਟੇ ਵੀ, ਉੱਥੇ ਲਾਲ ਵੀ, ਉੱਥੇ ਕੇਸਰੀ ਵੀ, ਸਾਰੇ ਐਨ ਝੂਲਦੇ ਆ ਨਿਸ਼ਾਨ ਤੇ ਉੱਥੇ ਕਿਸੇ ਨੂੰ ਕੋਈ ਨਹੀਂ। ਜੇ ਕੋਈ 19-21 ਹੁੰਦੀ ਆ ਫੜ ਦੇਣੀ, ਉਹਨੂੰ ਕਰੈਕਟ ਕਰ ਲੈਂਦੇ। ਇੰਝ ਹੀ ਚੱਲਦਾ ਰਹੂਗਾ ਇਹ। ਤਾਂ ਭਾਵੇਂ ਤੁਸੀਂ 4 ਸਾਲ ਇਹਨੂੰ ਚਲਾਓ ਇਸੇ ਮਜ਼ਬੂਤੀ ਦੇ ਨਾਲ ਜਿਵੇਂ ਟਕਾਇਤ ਜੀ ਕਹਿ ਰਹੇ ਆ ਕਿ ਅਸੀਂ ਮਈ 2024 ਤੱਕ ਲਾ ਕੇ ਰੱਖਣਾ ਇਹ ਸਾਰੇ ਦਾ ਸਾਰਾ ਮੋਰਚਾਬੰਦੀ। ਬਿਲਕੁਲ ਉੱਥੇ ਉਦੋਂ ਤੱਕ ਹੀ ਚੱਲੂਗਾ ਜਿਸ ਤਰ੍ਹਾਂ ਅੱਜ ਚੱਲ ਰਿਹਾ, ਉਹਦੇ ਨਾਲ ਤਕੜਾ ਹੋ ਕੇ ਹੀ ਚੱਲੂਗਾ ਜੇ ਸਰਕਾਰ ਅਜੇ ਇਹਨਾਂ ਦੀ ਗੱਲ ਅਣਸੁਣੀ ਕਰਦੀ ਰਹੀ ਤਾਂ। ਹਾਂਜੀ ਸੁਖਵਿੰਦਰ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਾਡੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਏਕਾ ਬਣਿਆ ਹੋਇਆ, ਇਹ ਬਣਿਆ ਹੀ ਰਹਿਣਾ, ਕਿਉਂਕਿ ਕਾਰਨ ਇਹ ਹੈ ਕਿ ਲੋਕ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਖਿਰਕਾਰ ਮਸਲਿਆਂ ਨੂੰ ਹਵਾ ਕੌਣ ਦਿੰਦਾ ਹੈ, ਕਿਸ ਤਰੀਕੇ ਦੇ ਨਾਲ ਖੇਤੀ ਕਾਨੂੰਨ ਰੱਦ ਕਰਵਾਉਣੇ। ਉਹਨਾਂ ਨੂੰ ਸਭ ਪਤਾ ਹੈ ਕਿ ਸਾਡੇ ਲੀਡਰ ਕਿੰਨੇ ਇਮਾਨਦਾਰ ਨੇ, ਕਿਸ ਤਰੀਕੇ ਦੇ ਨਾਲ ਉਹ ਹੁਣ ਤੱਕ ਅੰਦੋਲਨ ਨੂੰ ਇੱਥੇ ਤੱਕ ਲੈ ਆਏ ਨੇ। ਸਰਕਾਰ ਦੇ ਵਿੱਚ ਘਬਰਾਹਟ ਜਿਹੜੀ ਹੈ ਉਹ ਕਿਸਾਨ ਲੀਡਰਾਂ ਕਰਕੇ ਵੀ ਹੈ। ਜੇ ਕਿਸਾਨਾਂ ਦੇ ਕਰਕੇ ਜਿਹੜੇ ਨੀਚੇ ਬੈਠੇ ਨੇ ਤਾਂ ਉੱਪਰਲੀ ਲੀਡਰਸ਼ਿਪ ਜਿਹੜੀ ਅੱਗੇ ਲੱਗੀ ਹੈ ਉਹਦੇ ਕਰਕੇ ਵੀ ਘਬਰਾਹਟ ਹੈ। ਅੱਜ ਕੀ ਬਣਦਾ ਇਸ ਮਸਲੇ ਦੇ ਵਿੱਚ, ਕੀ ਕੇਂਦਰ ਨਾਲ ਗੱਲਬਾਤ ਨਿਬੜਦੀ ਹੈ, ਉਹਦੇ ਉੱਤੇ ਸਾਡੀ ਨਜ਼ਰ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ? ਮੈਨੂੰ ਇਜਾਜ਼ਤ ਦਿਓ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।